श्री गुरु गोबिंद सिंह विशाला तरों तरा पर पुन पुन सीसा जी पुन पुन सीसा बंदों बारे बारे जगदीशा बंदों बारे बारे जगदीशा जिसमें अमृत ज्ञान है माणक भगत वैराग श्री गुरु ग्रंथ साहिब उदद बंदो कार्य अनुराग श्री गुरु ग्रंथ मनाए जन जीते पंच विकार तिन संतन को बंदना सिर चरणन पर तारे एक अंकारा सतगुरु तह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए सतनाम श्री वाहिगुरु जी। बृंद नारन की पीर पई तह शब्द रबाबी सुंदर गाए केतिक काल थित वै नर गमने गुरु प्रशंसत सदन सिधाए बृंद नारन की पीर पई तह। वाहिगुरु जी का खालसा वाहिगुरु जी की फतेह। परम सम्मानयोग गुरु गरीब नवाज अंतरजामी सतगुरु बख्शिशां दे भंडार रहमतां दे खजाने सुखां दे सागर शाहे शहनशाह वालीए कुल आलम सरवरे कायनात दसां पातशाहियां दी जागदी जो धन 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 साहिब श्री गुरु ग्रंथ साहिब जी महाराज सतगुरु सच्चे पातशाह साहिब श्री गुरु ग्रंथ साहिब महाराज जी दे सज रहे पावन दरबार और धन धन कलगीधर दशमेश पिता साहिब श्री गुरु गोबिंद सिंह महाराज जी दे चरण छोह प्राप्त स्थान केशगढ़ साहिब विखे सतगुरु सच्चे पातशाह जी की पावन गोदी विच बैठ करके सतगुरु सच्चे पातशाह जी की पावन गुरबाणी कीर्तन कथा विचारा श्रवण करदिया होया पातशाह जी की गोदी का निघ मन रही गुरु प्यारी साध संगत जीओ बड़े भागां वाले हो। अपने जन्म स्थान नूं सिजदा करदिया होया सतगुरु सच्चे पातशाह जी के पावन वचन श्रवण कर रहे हो। दास तो पहलों बड़ा सुंदर जो प्रयातन मर्यादा है उस मर्यादा के नाल आप जी अमृतमई बाणी का गुरमुख प्यारियां पासों कीर्तन श्रवण कर रहे सी और समा है रोजाना की तरह गुर इतिहास की कथा जो आप जी श्रवण करते हो। जदों असीं अपने वड्डे वडेरियां का इतिहास श्रवण करते हाँ कथा कहानियां श्रवण करते हाँ
ਬੇਸ਼ੱਕ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਕਈ ਵਾਰੀ ਜੋ ਪੁੱਤਰ ਹੋਇਆ ਕਰਦੇ ਨੇ ਆਪਣੇ ਮਾਤਾ ਪਿਤਾ ਨੂੰ ਦੁੱਖ ਦਿੰਦੇ ਨੇ, ਕਈ ਵਾਰੀ ਸੁੱਖ ਵੀ ਦਿੰਦੇ ਨੇ। ਜੋ ਔਲਾਦ ਹੋਇਆ ਕਰਦੀ ਹੈ ਸੁੱਖ ਦੇ ਲਈ ਮਾਤਾ ਪਿਤਾ ਪ੍ਰਾਪਤ ਕਰਦੇ ਨੇ ਔਰ ਕੋਸ਼ਿਸ਼ ਕਰਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਨਾਮ ਉੱਚਾ ਕਰਨਗੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀ ਨੇ ਗੁਰਬਾਣੀ ਦੇ ਵਿੱਚ ਦਰਸਾ ਦਿੱਤਾ ਕਿ ਉਹ ਔਲਾਦ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਸਕਦੀ ਹੈ, ਪੁੱਤਰ ਤੋਂ ਸੁਪੁੱਤਰ ਅਖਵਾਉਣ ਦੇ ਲਾਇਕ ਹੋ ਸਕਦੀ ਹੈ, ਜਿਹੜੇ ਆਪਣੇ ਵੱਡੇ ਵਡੇਰਿਆਂ ਦੀਆਂ ਕਥਾ ਕਹਾਣੀਆਂ ਸ਼ਰਵਣ ਕਰਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਢਾਲਣ ਦਾ ਯਤਨ ਕਰਦੀ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਸਾਡੇ ਵੱਡੇ ਵਡੇਰਿਆਂ ਦੀਆਂ ਜੋ ਵਾਰਤਾਵਾਂ ਨੇ ਉਹਨਾਂ ਨੂੰ ਜਦੋਂ ਅਸੀਂ ਸ਼ਰਵਣ ਕਰਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਦਿੰਦੇ ਨੇ। ਅਗਰ ਉਹਨਾਂ ਦੇ ਅਨੁਸਾਰ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਕਮਾਈ ਕਰੀਏ, ਉਹ ਮਰਜ਼ਾਦਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਜੀਵਨ ਦੇ ਵਿੱਚ ਕਮਾ ਕਰਕੇ ਗਏ ਨੇ, ਉਸ ਮਰਜ਼ਾਦਾ ਦੇ ਅਧੀਨ ਹੋ ਕਰਕੇ ਸਿੱਖ ਪੰਥ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਰਮੇਸ਼ਰ ਦਾ ਨਾਮ ਜਪੀਏ ਤਾਂ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ। ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਰਾਤਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਭਾਈ ਸਾਹਿਬ ਭਾਈ ਮਹਾਦੇਵ ਸਿੰਘ ਜੀ ਮਹਾਦੇਵ ਜੀ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਭਾਈ ਬਾਬਾ ਮਹਾਦੇਵ ਜੀ ਦੂਰ ਰਹੇ ਨੇ। ਆਖਿਰਕਾਰ ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਏ ਤੇ ਹੁਣ ਜਾਣ ਗਏ ਨੇ। ਪਹਿਲੋਂ ਤਾਂ ਭਰਾ ਕਰਕੇ ਜਾਣਦੇ ਸਨ ਤੇ ਹੁਣ ਪਛਾਣਨ ਲੱਗ ਪਏ ਨੇ ਵੀ ਇਹ ਭਰਾ ਨਹੀਂ ਹੈ, ਗੁਰ ਪਦਵੀ ਦੇ ਉੱਪਰ ਬੈਠੇ ਹੋਏ ਪ੍ਰਮਾਤਮਾ ਨਿਰੰਕਾਰ ਰੂਪ ਨੇ। ਆਪਣੇ ਭਰਾਤਾ ਤੋਂ ਆਣ ਕਰਕੇ ਉਪਦੇਸ਼ ਪ੍ਰਾਪਤ ਕੀਤਾ ਹੈ, ਚਰਨੀ ਲੱਗੇ ਨੇ, ਆਪਣੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਹੋ ਗਈ ਹੈ। ਸਮਾਂ ਆ ਗਿਆ ਹੈ ਜੋ ਇਨਸਾਨ ਇਸ ਸੰਸਾਰ ਦੇ ਵਿੱਚ ਆਇਆ ਹੈ ਨਾ, ਉਹ ਇਨਸਾਨ ਇਸ ਸੰਸਾਰ ਦੇ ਵਿੱਚੋਂ ਜਾਵੇਗਾ ਜ਼ਰੂਰ। ਇਹ ਪ੍ਰਮਾਤਮਾ ਨੇ ਇੱਕ ਲੀਲਾ, ਇੱਕ ਖੇਡ, ਇੱਕ ਚੱਕਰ ਵੀ ਬਣਾਇਆ ਹੋਇਆ ਹੈ। ਜੋ ਜਨਮ ਲੈਂਦਾ ਹੈ, ਜਨਮ ਲੈ ਕਰਕੇ ਆਉਂਦਾ ਹੈ, ਉਹ ਮੌਤ ਪ੍ਰਾਪਤ ਕਰਕੇ ਜਾਵੇਗਾ ਵੀ। ਸਮਾਂ ਆ ਗਿਆ, ਬਾਬਾ ਮਹਾਦੇਵ ਜੀ ਆਪਣਾ ਸਰੀਰ ਤਿਆਗ ਗਏ। ਸਮੇਂ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਮਰਜ਼ਾਦਾ ਸੀ, ਉਸ ਮਰਜ਼ਾਦਾ ਦੇ ਅਨੁਸਾਰ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਹੈ। ਜਦੋਂ ਅਸੀਂ ਗੁਰਮਰਜ਼ਾਦਾ ਪੜ੍ਹਦੇ ਹਾਂ ਨਾ, ਜਿਹਨੂੰ ਆਪਾਂ ਰਹਿਤ ਮਰਜ਼ਾਦਾ ਵੀ ਕਹਿੰਦੇ ਆ, ਉਹਦੇ ਵਿੱਚ ਇੱਕ ਸੰਸਕਾਰ ਹੈ ਜਿਸ ਨੂੰ ਸੰਸਕਾਰ ਦੇ ਰੂਪ ਦੇ ਵਿੱਚ ਅਸੀਂ ਮੰਨਦੇ ਹਾਂ। ਜਦੋਂ ਇਨਸਾਨ ਕੋਈ ਚੜ੍ਹਾਈ ਕਰ ਜਾਂਦਾ ਹੈ ਤੇ ਚੜ੍ਹਾਈ ਕਰਨ ਤੋਂ ਉਪਰੰਤ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਰਜ਼ਾਦਾ ਬਣਾਈ ਹੈ, ਉਸ ਮਰਜ਼ਾਦਾ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਢਾਲਦਿਆਂ ਹੋਇਆਂ, ਆਪਣੇ ਜੀਵਨ ਦੇ ਵਿੱਚ ਮੰਨਦਿਆਂ ਹੋਇਆਂ ਉਸੇ ਪ੍ਰਕਾਰ ਬਤੀਤ ਕਰਦੇ ਹਾਂ। ਸੋ ਬਾਬਾ ਮਹਾਦੇਵ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਸੰਸਕਾਰ ਕਰਨ ਤੋਂ ਬਾਅਦ ਸਾਰੀ ਸੰਗਤ ਮਿਲ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਤ, ਬਾਬਾ ਮੋਹਰੀ ਜੀ ਦੇ ਸਮੇਤ, ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੁਪੁੱਤਰ ਸਨ, ਬਲਕਿ ਇਹ ਕਹਿ ਦਈਏ ਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਾਰਾ ਹੀ ਪਰਿਵਾਰ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਨਾਨਕਾ ਪਰਿਵਾਰ ਹੈ, ਸਾਰਾ ਪਰਿਵਾਰ ਵਾਪਸ ਬੋਲੀ ਸਾਹਿਬ ਦੇ ਸਾਹਮਣੇ ਗੋਇੰਦਵਾਲ ਸਾਹਿਬ ਵਿਖੇ ਇਕੱਤਰ ਹੋਇਆ ਹੈ, ਸੰਗਤਾਂ ਸਮੇਤ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਤੇ ਬੋਲੀ ਸਾਹਿਬ ਦੇ ਅੱਗੇ ਰਬਾਬੀਆਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ, ਜੋ ਮਰਜ਼ਾਦਾ ਹੈ। ਦੇਖੋ ਅੱਜ ਵੀ ਅਸੀਂ ਮਰਜ਼ਾਦਾ ਨਿਭਾਉਣ ਦਾ ਯਤਨ ਕਰਦੇ ਹਾਂ। ਕਈ ਵਾਰੀ ਕਹਿੰਦੇ ਹਾਂ ਕੋਈ ਸੰਸਕਾਰ ਇਨਸਾਨ ਦਾ ਕਰਨਾ ਹੋਵੇ, ਕਈ ਪ੍ਰਕਾਰ ਦੇ ਵਹਿਮ, ਕਈ ਪ੍ਰਕਾਰ ਦੇ ਪਖੰਡ ਅੱਜ ਵੀ ਸਾਡੇ ਜੀਵਨ ਦੇ ਵਿੱਚ ਨੇ। ਬੇਸ਼ੱਕ ਸਾਡੇ ਕੋਲ ਲਿਖਤ ਰੂਪ ਦੇ ਵਿੱਚ ਮਰਜ਼ਾਦਾ ਹੈ,
ਫਿਰ ਵੀ ਸਾਡੇ ਜੀਵਨ ਦੇ ਵਿੱਚ ਕਈ ਵਹਿਮ ਭਰਮ ਭੁਲੇਖੇ ਪਖੰਡ ਇਤਿਆਦਿਕ ਅੱਜ ਵੀ ਘਰ ਕਰ ਚੁੱਕੇ ਨੇ, ਜਿਨ੍ਹਾਂ ਨੂੰ ਅਸੀਂ ਤਿਆਗਣ ਦਾ ਯਤਨ ਵੀ ਨਹੀਂ ਕਰਦੇ। ਕੋਈ ਨਿਸ਼ਾਨ ਚੜ੍ਹਾਈ ਕਰ ਜਾਵੇ ਨਾ, ਰੋਣ ਪਿੱਟਣ ਪੈ ਜਾਇਆ ਕਰਦਾ ਘਰ ਦੇ ਵਿੱਚ, ਜਦ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਪ੍ਰਾਣੀ ਚੜ੍ਹਾਈ ਕਰ ਗਿਆ ਤੇ ਉੱਥੇ ਕੀਰਤਨ ਆਰੰਭ ਕਰ ਦੇਣਾ ਚਾਹੀਦਾ ਹੈ, ਕੀਰਤਨ ਹੋਣਾ ਚਾਹੀਦਾ ਹੈ। ਤੇ ਫਿਰ 10 ਦਿਨ ਜਿਹੜਾ ਦੁਸਹਿਰਾ 10ਵੇਂ ਦਿਨ ਮਨਾਉਣਾ, ਉਹਨੇ ਦਿਨ ਸਵੇਰੇ ਸ਼ਾਮ ਕਥਾ ਹੋਣੀ ਚਾਹੀਦੀ ਹੈ। ਅਸੀਂ ਗੁਰੂ ਕੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੇਤ ਸੰਗਤਾਂ ਦੇ ਵਾਪਸ ਆਏ ਨੇ। ਬੌਲੀ ਸਾਹਿਬ ਦੇ ਅੱਗੇ ਰਬਾਬੀ ਜਿਹੜੇ ਨੇ ਉਹ ਬੈਠ ਕਰਕੇ ਕੀਰਤਨ ਕਰਦੇ ਨੇ। ਇੱਥੇ ਸ਼ਬਦ ਆਇਆ ਰਬਾਬੀ, ਜੋ ਖਾਸ ਕਰਕੇ ਸਿੱਖ ਸਮਾਜ ਦੇ ਅੰਦਰੋਂ ਜਾਂ ਸਿੱਖ ਪੰਥ ਦੇ ਅੰਦਰੋਂ ਕੁਝ ਸਮੇਂ ਤੋਂ ਪਹਿਲਾਂ ਗਾਇਬ ਹੋ ਚੁੱਕਾ ਹੈ। ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀਰਤਨੀਆਂ ਨੂੰ ਪਹਿਲਾਂ ਰਬਾਬੀ ਕਿਹਾ ਜਾਂਦਾ ਸੀ। ਕੁਝ ਸਮਾਂ ਪਹਿਲਾਂ 20ਵੀਂ ਸਦੀ ਦੇ ਵਿੱਚ ਆਪਾਂ ਦੇਖਦੇ ਹਾਂ ਦਰਬਾਰ ਸਾਹਿਬ ਜਿਹੜੇ ਕੀਰਤਨ ਕਰਿਆ ਕਰਦੇ ਸਨ ਨਾ ਕੀਰਤਨੀ ਸਿੰਘ, ਉਹਨਾਂ ਨੂੰ ਰਬਾਬੀ ਕਿਹਾ ਜਾਂਦਾ ਸੀ। ਅੱਜ ਉਹ ਸਭ ਕੁਝ ਹੀ ਖਤਮ ਹੋ ਗਿਆ ਹੈ। ਕੁਝ ਇੰਝ ਕਹਿ ਲਈਏ ਵੀ ਅਸੀਂ ਪੜ੍ਹ ਲਿਖ ਜ਼ਿਆਦੇ ਗਏ ਹਾਂ ਜਾਂ ਅਸੀਂ ਗਿਆਨਵਾਨ ਜ਼ਿਆਦੇ ਹੋ ਗਏ ਹਾਂ। ਹੁਣ ਇੱਥੇ ਵੀ ਵਚਨ ਜਿਹੜਾ ਹੈ ਨਾ ਕਵੀ ਜੀ ਨੇ ਕੀਤਾ ਹੈ ਵੀ ਉਹ ਰਬਾਬੀ ਬੌਲੀ ਸਾਹਿਬ ਦੇ ਅੱਗੇ ਬੈਠ ਕਰਕੇ ਕੀਰਤਨ ਕਰਦੇ ਨੇ। ਕਿਸ ਪ੍ਰਕਾਰ ਅੱਗੇ ਪ੍ਰਸੰਗ ਚੱਲ ਰਿਹਾ ਹੈ, ਆਓ ਮੰਚਿਤ ਵਿਰਤੀਆਂ ਇਕਾਗਰ ਕਰਕੇ ਸਰਵਣ ਕਰਦੇ ਹਾਂ ਜੀ। ਬ੍ਰਿੰਦ ਨਰਨ ਕੀ ਪੀਰ ਪਈ ਤੈ ਸ਼ਬਦ ਰਬਾਬੀ ਸੁੰਦਰ ਗਾਏ। ਕਹਿੰਦੇ ਬਹੁਤ ਜ਼ਿਆਦਾ ਸੰਗਤ ਦੀ ਭੀੜ ਹੋ ਗਈ, ਇਕੱਠ ਹੋਇਆ ਬਹੁਤ ਜ਼ਿਆਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਰਦ ਗਿਰਦ ਸਾਰੀ ਸੰਗਤ ਸੱਜ ਗਈ ਹੈ ਤੇ ਬੌਲੀ ਸਾਹਿਬ ਦੇ ਅੱਗੇ ਰਬਾਬੀ ਬੈਠੇ ਨੇ। ਰਬਾਬੀ ਬੜੇ ਸੁੰਦਰ ਸ਼ਬਦ ਜਿਹੜੇ ਨੇ ਨਾ ਮੌਕੇ ਨੂੰ ਢੁਕਦੇ ਉਹ ਸੰਗਤ ਨੂੰ ਸਰਵਣ ਕਰਵਾ ਰਹੇ ਹਨ। ਕਿਤਕ ਕਾਲ ਥਿਤ ਵੈ ਨਰ ਗਮਨੇ ਗੁਰੂ ਪ੍ਰਸੰਸਤ ਸਦਨ ਸਿਧਾਏ। ਤੇ ਕੁਝ ਸਮਾਂ ਜਿਹੜੀ ਸਾਰੀ ਸੰਗਤ ਸੀ ਨਾ ਉੱਥੇ ਬੈਠੀ ਰਹੀ। ਫਿਰ ਕੁਝ ਕੁ ਇਨਸਾਨਾਂ ਨੂੰ, ਸਾਡੇ ਵਰਗਿਆਂ ਨੂੰ ਤਾਂ ਜ਼ਿਆਦਾ ਕਾਹਲੀ ਹੋਇਆ ਕਰਦੀ ਹੈ, ਕੁਝ ਕੁ ਨੂੰ ਜਾਣ ਦਾ ਸਮਾਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸੋਂ ਆਣ ਕਰਕੇ ਛੁੱਟੀਆਂ ਮੰਗਦੇ ਨੇ। ਅਸੀਂ ਦੇਖੋ ਗੁਰੂ ਘਰ ਆਪ ਆਉਨੇ ਹਾਂ, ਕਦੀ ਜਾਣ ਲੱਗਿਆ ਕਿਹਾ ਹੈ ਸਤਿਗੁਰੂ ਮਹਾਰਾਜ ਜੀ ਹੁਣ ਛੁੱਟੀਆਂ ਦੇ ਦਿਓ ਸਾਨੂੰ। ਜੇ ਨਹੀਂ ਕਹਿੰਦੇ ਤਾਂ ਇਹਦਾ ਮਤਲਬ ਹੈ ਅਸੀਂ ਅੱਜ ਵੀ ਆਪਣੇ ਗੁਰੂ ਨੂੰ ਗੁਰੂ ਨਹੀਂ ਮੰਨਦੇ। ਜਿਹੜੇ ਵਚਨ ਪੜ੍ਹਦੇ ਆ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਉਹ ਅੱਜ ਮੰਨਣ ਤੋਂ ਮਨਕਰ ਹੋ ਰਹੇ ਆ। ਇਸੇ ਕਾਰਨ ਇਹੋ ਜਿਹੀਆਂ ਘਟਨਾ ਘਟ ਰਹੀਆਂ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੁਣਦੇ ਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤ ਉਹੀ ਹੈ, ਪ੍ਰਗਟ ਰੂਪ ਦੇ ਵਿੱਚ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। 10 ਪਾਤਸ਼ਾਹੀਆਂ ਦੇ ਸਰੂਪ ਨੇ। ਗੁਰੂ ਪਿਆਰਿਆ, ਜੇ ਤੂੰ ਗੁਰੂ ਘਰ ਆਉਣਾ ਹੈ, ਆਉਣ ਲੱਗਾ ਨਮਸਕਾਰ ਕਰਦੇ, ਜਾਣ ਲੱਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਕਰਨਾ ਸਭ ਮਹਾਰਾਜ ਜੀ ਖੁਸ਼ੀਆਂ ਬਖਸ਼ਿਸ਼ ਕਰੋ, ਪ੍ਰਸੰਨਤਾ ਬਖਸ਼ਿਸ਼ ਕਰੋ। ਇੱਥੇ ਉਹ ਸੰਗਤ ਹੈ ਕੁਝ ਸਮਾਂ ਬੈਠੀ ਹੈ, ਕੀਰਤਨ ਸੁਣਿਆ, ਕੀਰਤਨ ਸੁਣਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸੋਂ ਛੁੱਟੀਆਂ ਮੰਗਦੀ ਹੈ, ਖੁਸ਼ੀਆਂ ਪ੍ਰਾਪਤ ਕਰਦੀ ਹੈ ਤੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੀ ਹੈ ਜੀ। ਸੁਨ ਸੁਨ ਗ੍ਰਾਮਨ ਕੇ ਸਿੱਖ ਪਹੁੰਚੇ, ਸ਼੍ਰੀ ਅਰਜਨ ਸਤਿਗੁਰ ਟਿਕ ਆਏ। ਹੁਣ ਜਿਨ੍ਹਾਂ ਨੂੰ ਪਿਆਰ ਸੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ, ਦੂਰ ਦੂਰ ਤੱਕ ਸਿੱਖ ਸੰਗਤ ਜਿਹੜੀ ਸੀ ਨਾ, ਜਿਵੇਂ ਜਿਵੇਂ ਪਤਾ ਲੱਗਾ ਵੀ ਬਾਬਾ ਮਹਾਦੇਵ ਜੀ ਚੜ੍ਹਾਈ ਕਰ ਗਏ ਨੇ, ਸੁਣ ਸੁਣ ਕਰਕੇ ਸਾਰੀ ਸੰਗਤ ਚੱਲ ਕਰਕੇ ਆਉਂਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਣ ਕਰਕੇ ਚਰਨਾਂ ਦੇ ਵਿੱਚ ਸ਼ੀਸ਼ ਨਿਵਾਉਂਦੀ ਹੈ ਜੀ। ਮਿਲ ਮਿਲ ਗਮਨ ਗੁਣ ਗਨ ਬਰਨ, ਮਹਾਦੇਵ ਅਬ ਗਏ ਸਮਾਏ। ਪਾਤਸ਼ਾਹ ਜੀ ਨੂੰ ਮਿਲ ਮਿਲ ਕਰਕੇ ਵਾਪਸ ਜਾਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਬਾ ਮਹਾਦੇਵ ਜੀ ਦੇ ਗੁਣ, ਜਦੋਂ ਕੋਈ ਇਨਸਾਨ ਚੜ੍ਹਾਈ ਕਰ ਜਾਂਦਾ ਹੈ ਨਾ, ਉਸ ਦੀਆਂ ਬੁਰਾਈਆਂ ਔਰ ਉਸ ਦੇ ਚੰਗੇ ਗੁਣ ਅਸੀਂ ਲੋਕ ਗਿਣਦੇ ਹਾਂ। ਬੇਸ਼ੱਕ ਸਮਾਂ ਇਹੋ ਜਿਹਾ ਬਣ ਗਿਆ ਹੈ ਜਿਹੜੇ ਮਾੜੇ ਗੁਣ ਹੁੰਦੇ ਨੇ ਨਾ, ਅਵਗੁਣ, ਉਹ ਅਸੀਂ ਮੂੰਹ ਤੇ ਨਹੀਂ ਗਿਣਦੇ, ਪਰ ਜਦੋਂ ਉਹਦੇ ਘਰ ਦੇ ਕੋਲ ਨਾ ਹੋਣ ਨਾ ਫਿਰ ਗਿਣੇ ਜਾਂਦੇ ਨੇ।
ਪਰ ਇੱਥੇ ਬਾਬਾ ਮਹਾਦੇਵ ਜੀ ਗੁਣਾਂ ਦੇ ਭੰਡਾਰ ਨੇ, ਗੁਣ ਭਰੇ ਪਏ ਨੇ। ਕਿਹੜਾ ਇਹੋ ਜਿਹਾ ਗੁਰਸਿੱਖ ਹੋਵੇਗਾ ਜਿਹੜਾ ਆਪਣੇ ਭਰਾ ਨੂੰ ਗੁਰੂ ਮੰਨ ਲਵੇਗਾ, ਉਹ ਵੀ ਛੋਟੇ ਭਰਾ ਨੂੰ? ਇਹ ਵੱਡਾ ਗੁਣ ਹੈ ਗੁਰੂ ਪਿਆਰਿਓ। ਜਦੋਂ ਪਤਾ ਲੱਗਾ ਨਾ ਬਿਰਤੀ ਇਹੋ ਜਿਹੀ ਬਣੀ, ਫਿਰ ਪਤਾ ਲੱਗਿਆ ਗੁਰੂ ਸ਼ਖਸ ਨਹੀਂ, ਗੁਰੂ ਸ਼ਖਸੀਅਤ ਨਹੀਂ, ਗੁਰੂ ਸਰੀਰ ਨਹੀਂ, ਗੁਰੂ ਇੱਕ ਜੋਤ ਹੈ। ਇਹ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਵਾਲੀ ਆ ਰਹੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਗੁਰਬਾਣੀ ਵਿੱਚ ਆਪਾਂ ਸੁਣਿਆ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉਹ ਪਰਮੇਸ਼ਰ ਹੈ, ਪਰਮੇਸ਼ਰ ਦੀ ਜੋਤ ਵਰਤਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕਰਕੇ ਬਾਬਾ ਮਹਾਦੇਵ ਜੀ ਦੇ ਗੁਣ ਗਾਉਂਦੇ ਨੇ, ਗੁਣ ਆਪਸ ਦੇ ਵਿੱਚ ਸਾਂਝੇ ਕਰਦੇ ਨੇ, ਔਰ ਨਾਲ ਹੀ ਕਹਿੰਦੇ ਨੇ ਵੀ ਬਾਬਾ ਮਹਾਦੇਵ ਜੀ ਇੰਨੇ ਗੁਣੀ ਸਨ, ਉਹ ਤਾਂ ਹੁਣ ਜਾ ਕਰਕੇ ਸਮਾ ਗਏ ਨੇ, ਭਾਵ ਚੜ੍ਹਾਈ ਕਰ ਗਏ ਨੇ। ਇਸ ਪ੍ਰਕਾਰ ਵਚਨ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸੋਂ ਆਣ ਕਰਕੇ ਇਹ ਅਫਸੋਸ ਦੇ ਵਚਨ ਵੀ ਨੇ, ਅਫਸੋਸ ਵੀ ਆਣ ਕਰਕੇ ਕਰਦੇ ਨੇ। ਆਪਾਂ ਸ਼ਬਦ ਤਾਂ ਇਹੋ ਹੀ ਵਰਤਦੇ ਨਾ, ਅਫਸੋਸ ਕਰਨ ਜਾਣਾ ਹੈ ਕਿਸੇ ਕੋਲ। ਮਹਾਰਾਜ ਜੀ ਦੇ ਕੋਲ ਆਏ ਨੇ ਕਿਉਂਕਿ ਬਾਬਾ ਮਹਾਦੇਵ ਜੀ ਦਾ ਇਸ ਸੰਸਾਰ ਦੇ ਵਿੱਚੋਂ ਜਾਣ ਦਾ ਮਨ ਦੇ ਵਿੱਚ ਵਿਰਾਗ ਹੈ। ਉਹਨਾਂ ਦੇ ਗੁਣ ਗਾਉਂਦੇ ਨੇ, ਗੁਣ ਸਾਂਝੇ ਕਰਦੇ ਨੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਕਹਿੰਦੇ ਨੇ ਵੀ ਹੁਣ ਮਹਾਦੇਵ ਜੀ ਮਹਾਰਾਜ ਜੀ ਰਹੇ ਨਹੀਂ, ਸੋ ਇਹ ਭਾਣਾ ਸਾਨੂੰ ਮੰਨਣਾ ਪਵੇਗਾ ਜੀ। ਦਿਵਸ ਤੀਸਰੇ ਪੁਸ਼ਪ ਭਸਮ ਸਭ ਬੀਚ ਵਿਪਾਸਾ ਕੇ ਤੇ ਡਾਰ। ਤੇ ਕਹਿੰਦੇ ਤੀਸਰੇ ਦਿਨ ਨਾ ਫੁੱਲ ਤੇ ਭਸਮ, ਭਸਮ ਕਹਿੰਦੇ ਨੇ ਸਵਾਹ, ਅੰਗੀਠੇ ਦੀ ਜਿਹੜੀ ਸਾਰੀ ਸਵਾਹ ਸੀ ਤੇ ਉਹਦੇ ਵਿੱਚ ਜਿਹੜੇ ਫੁੱਲ ਉਹ ਸਾਰੇ ਇਕੱਤਰ ਕੀਤੇ ਨੇ, ਇਕੱਠੇ ਕੀਤੇ ਨੇ। ਕਹਿਣ ਤੋਂ ਭਾਵ ਅੰਗੀਠਾ ਸਾਰਾ ਹੀ ਇਕੱਠਾ ਕਰ ਲਿਆ, ਫਰੋਲਿਆ ਨਹੀਂ, ਤੇ ਵਿਆਸ ਨਦੀ ਦੇ ਵਿੱਚ ਬਹਾ ਦਿੱਤਾ ਗਿਆ। ਹੁਣ ਇੱਥੇ ਇੱਕ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਗੁਰੂ ਪਿਆਰਿਓ। ਮੈਂ ਦੇਖਦਾ ਹੁੰਦਾ ਕਈ ਵਾਰੀ ਉਸ ਸਮੇਂ ਇਹੋ ਜਿਹੇ ਦੁੱਖਾਂ ਦੀ ਘੜੀ ਹੁੰਦੀ ਹੈ, ਅਸੀਂ ਕਹਿ ਨਹੀਂ ਸਕਦੇ ਹੁੰਦੇ ਪਰਿਵਾਰ ਨੂੰ ਕਈ ਗੱਲਾਂ। ਕੋਈ ਅੰਮ੍ਰਿਤਧਾਰੀ ਸਿੰਘ ਚੜ੍ਹਾਈ ਕਰ ਗਿਆ ਤੇ ਉਸ ਦਾ ਜਦੋਂ ਸੰਸਕਾਰ ਹੁੰਦਾ ਹੈ ਨਾ, ਸੰਸਕਾਰ ਦੇ ਨਾਲ ਲੱਕੜਾਂ ਤਾਂ ਲਾਉਣੀਆਂ, ਜਾਨਵਰਾਂ ਦਾ ਗੋਬਰ ਲਿਆ ਕਰਕੇ ਲਾਈ ਜਾਣਗੇ, ਉਹ ਵੀ ਵਿਸ਼ਟਾ ਹੈ ਨਾ ਜਾਨਵਰਾਂ ਦੀ। ਇੱਕ ਅੰਮ੍ਰਿਤਧਾਰੀ ਸਿੰਘ ਜੇ ਸਾਬਤ ਸੂਰਤ ਹੈ ਤੇ ਤੁਸੀਂ ਦੇਖਿਆ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੋੜੇ ਉਤਾਰ ਦਿੱਤੇ ਸਨ, ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਿਆ। ਬੇਸ਼ੱਕ ਸਿੰਘ ਚੜ੍ਹਾਈ ਕਰ ਚੁੱਕੇ ਸਨ, ਵੀ ਮੇਰੇ ਜੋੜੇ ਕਿਤੇ ਸਿੰਘਾਂ ਦੇ ਕੇਸਾਂ ਨੂੰ ਨਾ ਲੱਗ ਜਾਣ। ਤੇ ਹੁਣ ਅਸੀਂ ਇਹੋ ਜਿਹਾ ਗੋਬਰ ਵਿਸਟਾ ਲਾ ਕਰਕੇ ਉਹਨਾਂ ਸਿੰਘਾਂ ਦੇ ਲਾਗੇ ਲਾ ਦਿੰਦੇ ਹਾਂ। ਉਹ ਕਿਰਪਾਨ ਨੂੰ ਵੀ ਲੱਗਦਾ ਹੈ ਗੋਬਰ, ਉਹ ਕੇਸਾਂ ਨੂੰ ਵੀ ਲੱਗਦਾ ਹੈ। ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਜਦੋਂ ਅੰਗੀਠਾ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ, ਉਹਦੇ ਵਿੱਚੋਂ ਥੋੜੇ ਜਿਹਾ ਫੁੱਲ ਚੁਗ ਲੈ, ਬਾਕੀ ਸਵਾਹ ਕੋਈ ਕਿੱਧਰ ਨੂੰ ਉਡਾ ਰਿਹਾ, ਕੋਈ ਜਾਨਵਰ ਉਡਾ ਰਿਹਾ, ਜਾਂ ਫਿਰ ਨਵਾਂ ਹੀ ਰਿਵਾਜ ਤੁਰਿਆ ਉਸ ਨੂੰ ਇਕੱਠਿਆਂ ਕਰਕੇ ਆਲੇ ਦੁਆਲੇ ਧਾਗੇ ਬੰਨ੍ਹ ਦੇਣੇ ਤੇ ਵਿਚਾਲੇ ਇੱਕ ਰੋਟੀ ਰੱਖ ਦੇਣੀ, ਉਹਦੇ ਉੱਪਰ ਦੀਵਾ ਰੱਖ ਦੇਣਾ ਵੀ ਇਹ ਨਿਸ਼ਾਨ ਜੋ ਚੜ੍ਹਾਈ ਕਰ ਗਿਆ, ਉਸ ਦੇ ਲਈ ਪ੍ਰਸ਼ਾਦਾ ਵੀ ਚਾਹੀਦਾ ਨਾ ਉੱਥੇ। ਤੇ ਥੋੜੀ ਦੇਰ ਬਾਅਦ ਹੀ ਉਹ ਪਸ਼ੂ ਜਾਨਵਰ ਜਿਹੜੇ ਨੇ ਸਾਰੀ ਸਵਾਹ ਖਿਲਾਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਰਹਤ ਮਰਜ਼ਾਦਾ ਦੇ ਵਿੱਚ ਕਿਤੇ ਵਚਨ ਪੜ੍ਹੋ ਵੀ ਅਸੀਂ ਫੁੱਲ ਚੁਗਣੇ ਨਹੀਂ, ਅਸੀਂ ਸਾਰਾ ਅੰਗੀਠਾ ਜਿਹੜਾ ਨਾ ਜਾਂ ਤਾਂ ਚਲਦੇ ਪਾਣੀ ਦੇ ਵਿੱਚ ਬਹਾ ਦੇਣਾ ਹੈ, ਜਾਂ ਫਿਰ ਕਿਤੇ ਮਿੱਟੀ ਪੁੱਟ ਕਰਕੇ ਥੱਲੇ ਦੱਬ ਦੇਣਾ ਤੇ ਮਿੱਟੀ ਬਰਾਬਰ ਕਰ ਦੇਣੀ ਹੈ, ਕੋਈ ਮੜੀ ਮਸਾਣੀ ਨਹੀਂ ਬਣਾਉਣੀ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਾ ਹੀ ਅੰਗੀਠਾ ਇਕੱਠਾ ਕੀਤਾ ਫੁੱਲਾਂ ਦੇ ਸਮੇਤ, ਤੇ ਸਾਰਾ ਹੀ ਵਿਆਸ ਦੇ ਵਿੱਚ ਬਿਹਾ ਦਿੱਤਾ ਗਿਆ। ਦਿਨ ਦੋ ਇੱਕ ਸ਼੍ਰੀ ਅਰਜਨ ਤੇਠਾ ਬਸੇ ਕਿਰਿਆ ਕਰ ਜਿਤਕ ਸੰਸਾਰ। 2 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਗੀਠਾ ਇਕੱਠਾ ਕਰਨ ਤੋਂ ਬਾਅਦ ਗੋਂਦਵਾਲ ਸਾਹਿਬ ਦੀ ਧਰਤੀ ਤੇ ਰਹੇ ਨੇ। ਜੋ ਸੰਸਾਰਿਕ ਲੋਕਾਂ ਦੀ ਕਿਰਿਆ ਹੈ, ਕਹਿਣ ਤੋਂ ਭਾਵ ਇੱਕ ਦੂਸਰੇ ਦੇ ਕੋਲ ਅਫਸੋਸ ਕਰਨ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਦਿਨ ਉੱਥੇ ਰਹੇ ਨੇ, 2 ਦਿਨ, ਤੇ ਉੱਥੇ ਹੀ ਸਾਰਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਿਆ ਕਰਮ ਸੀ ਉਹ ਸਾਰਾ ਕਰ ਲਿਆ। ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਲੇ ਪਾਉਂਦੇ ਹਨ। ਕਰੀ ਜਥੋ ਚਿਤ ਸਕਲ ਬਾਰਤਾ
ਜਥਾ ਮੋਹਰੀ ਬਚਨ ਉਚਾਰ। ਸਾਰੀ ਵਾਰਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮਾਮਾ ਬਾਬਾ ਮੋਹਰੀ ਜੀ ਦੇ ਨਾਲ ਕੀਤੀ ਹੈ। ਜਿਵੇਂ ਜਿਵੇਂ ਬਾਬਾ ਮੋਹਰੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਗਏ ਨੇ, ਉਵੇਂ ਉਵੇਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਰਦੇ ਗਏ ਹਨ। ਮਿਲ ਮਿਲ ਕਰੈ ਵਿਰਾਗ ਅਨਿਕ ਬਿਦ, ਸ੍ਰੀ ਗੁਰ ਅਮਰ ਕੇਰ ਪਰਵਾਰ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਸਾਰਾ ਹੀ ਪਰਿਵਾਰ ਹੈ ਨਾ, ਉਹ ਫਿਰ ਮਿਲਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਆਣ ਕਰਕੇ ਸਾਰੇ ਹੀ ਵਿਰਾਗ ਕਰਦੇ ਨੇ, ਅਫਸੋਸ ਕਰਦੇ ਨੇ ਸਾਰੇ ਹੀ। ਜਿਵੇਂ ਜਿਵੇਂ ਆਣ ਕਰਕੇ ਮਿਲਦੇ ਨੇ ਸਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਅਫਸੋਸ ਕਰਦੇ ਹਨ। ਦੋਹਰਾ ਸੋਲਹ ਸਤ ਊਪਰ ਸਪਤ, ਮਹਾਦੇਵ ਜਨਮਿਆਸ। ਤੇ ਕਵੀ ਜੀ ਕਹਿੰਦੇ ਨੇ, ਹੁਣ ਬਾਬਾ ਮਹਾਦੇਵ ਜੀ ਬਾਰੇ ਵਚਨ ਕਰਦੇ ਨੇ, ਕਹਿੰਦੇ ਉਹਦੀ ਉਮਰ ਕਿੰਨੀ ਕੁ ਹੋਈ ਹੈ? 1600 ਸੱਤ ਕਹਿੰਦੇ ਨੇ 100 ਨੂੰ, 16 ਸਤ ਉੱਪਰ ਸਪਤ, ਕਹਿੰਦੇ 1600 ਤੇ ਉੱਪਰ 7 ਸਾਲ ਹੋਰ ਉਸ ਸਮੇਂ ਮਹਾਦੇਵ ਜੀ ਦਾ ਜਨਮ ਹੋਇਆ ਸੀ। ऊपर 550 के बरस बैस द्वै मास। ਤੇ ਹੁਣ 50 ਦੇ ਉੱਪਰ 5 ਵਰਸ਼, 5 ਸਾਲ 50 ਤੋਂ ਹੋਰ ਉੱਪਰ 55 ਸਾਲ ਦੀ ਉਮਰ ਹੋਈ ਹੈ। 1607 ਦੇ ਵਿੱਚ ਮਹਾਦੇਵ ਜੀ ਦਾ ਜਨਮ ਹੋਇਆ ਤੇ 1663 ਦੇ ਵਿੱਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕਰਕੇ ਚਲੇ ਗਏ। 55 ਸਾਲ ਦੀ ਉਮਰ ਦੇ ਵਿੱਚ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਆਪਣੇ ਸਰੀਰ ਨੂੰ ਤਿਆਗ ਗਏ। 16 ਸਤ 62 ਅਧਿਕ ਭਾਦਰੋਂ ਚੌਥ ਵਿਚਾਰ। ਕਹਿੰਦੇ 1607 1600 ਸਾਲ 62 ਤੇ ਉੱਪਰ 62 ਅਧਿਕ ਭਾਦਰੋਂ ਚੌਥ ਵਿਚਾਰ, ਭਾਦੋਂ ਦੀ ਚੌਥ ਦੀ ਵਿਚਾਰ ਕਰੋ ਵੀ ਇਸ ਦਿਨ ਮਹਾਦੇਵ ਜੀ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਨੇ। 1662 ਬਿਕਰਮੀ ਤੇ ਭਾਦੋਂ ਦੀ ਚੌਥ ਦਾ ਦਿਨ ਸੀ ਭਾਦੋਂ ਦੀ। ਇੱਥੇ ਕਈਆਂ ਨੇ ਲਿਖਿਆ ਹੈ ਵੀ ਚੌਥ ਦੀ ਸੁਦੀ ਵਧੀ ਚੌਥ ਦੇ ਅਨੁਸਾਰ ਚੱਲਦੇ ਨੇ। ਸੁਦੀ ਦੀ ਚੌਥ ਵਾਲੀ ਤਰੀਕ ਜਿਹੜੀ ਹੈ ਇਹ ਗਿਣਨੀਆਂ ਬੜੀਆਂ ਮੁਸ਼ਕਲ ਨੇ। ਇਸੇ ਕਰਕੇ ਤਾਂ ਅਸੀਂ ਕਹਿੰਦੇ ਹਾਂ ਖੁਸ਼ੀ ਖੁਸ਼ੀ ਵੈਸੇ ਅੰਗਰੇਜ਼ਾਂ ਦਾ ਕੈਲੰਡਰ ਬਣਾ ਲੈਂਦੇ ਹਾਂ। ਇਸੇ ਕਰਕੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਨਾ, ਸਾਨੂੰ ਅੱਧਿਆਂ ਨੂੰ ਨਹੀਂ ਪਤਾ, ਹੁਣ ਇਹਨਾਂ ਪਤਾ ਹੋਣਾ 14 ਤਰੀਕ ਹੈ ਬਈ। ਜੇ ਕਿਤੇ ਜਾ ਕਰਕੇ ਪੁੱਛੋ ਸੰਗਰਾਂਦ ਦਾ ਦਿਹਾੜਾ ਕਿੱਦਣ ਹੈ, ਕਹਿੰਦੇ 14 ਤਰੀਕ ਨੂੰ। ਕਦੀ ਕਿਹਾ ਕਿਸੇ ਦਿਨ ਵੀ ਐਸ ਫਲਾਣੇ ਦਿਨ ਆਵੇਗਾ? ਕਿਉਂਕਿ ਅਸੀਂ ਆਦੀ ਹੋ ਚੁੱਕੇ ਹਾਂ, ਉਸ ਕੈਲੰਡਰ ਦੇ ਉਸ ਤਰੀਕਾਂ ਦੇ ਆਦੀ ਹੋ ਚੁੱਕੇ ਹਾਂ। ਇੱਥੇ ਜਿਹੜਾ ਜ਼ਿਕਰ ਆਉਂਦਾ ਹੈ ਜਾਂ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਵਿਕਰਮੀ ਕੈਲੰਡਰ ਦਾ ਆ ਰਿਹਾ ਹੈ ਸਾਰਾ ਹੀ। ਸਾਡੇ ਕੋਲ ਕੋਈ ਤਾਕਤ ਨਹੀਂ ਅਸੀਂ ਇਸ ਨੂੰ ਮੋੜ ਦਈਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਕਵੀ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹਨਾਂ ਦੇ ਭਰਾਤਾ ਜਿਹੜੇ ਸਨ ਨਾ, ਭਾਦਰੋਂ ਦੀ ਚੌਥ ਵਾਲੇ ਦਿਨ ਸਨ 1662 ਵਿਕਰਮੀ ਨੂੰ ਇਸ ਸੰਸਾਰ ਦੇ ਵਿੱਚੋਂ ਆਪਣਾ ਸਰੀਰ ਤਿਆਗਦਿਆਂ ਹੋਇਆਂ ਚਲੇ ਗਏ। ਮਹਾਦੇਵ ਪਰਲੋਕ ਭਾ, ਗੁਰ ਕੋ ਪੁੱਤਰ ਉਦਾਰ। ਬੜੇ ਗਿਆਨਵਾਨ ਗੁਰਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਿਬਜ਼ਾਦੇ ਸਨ, ਸੁਪੁੱਤਰ ਸਨ। ਮਹਾਦੇਵ ਜੀ, ਬਾਬਾ ਮਹਾਦੇਵ ਜੀ ਪ੍ਰਲੋਕ ਚਲੇ ਗਏ ਹਨ। ਸ਼੍ਰੀ ਅਰਜਨ ਗਮਨੇ ਤਬੈ, ਸਤ ਸੰਗਤ ਲੈ ਸੰਗ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਨ ਬਣਾਇਆ ਹੈ, ਕਿਉਂਕਿ ਦੂਸਰੇ ਪਾਸੇ ਅਨੇਕਾਂ ਹੀ ਸੇਵਾਵਾਂ ਚੱਲ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚਾਲੇ ਪਾਏ ਨੇ, ਸੰਗਤ ਨਾਲ ਲੈ ਲਈ ਹੈ। ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਗਤ ਗੋਂਦਵਾਲ ਸਾਹਿਬ ਆਈ ਸੀ, ਮਹਾਰਾਜ ਜੀ ਉਹਨਾਂ ਨੂੰ ਲੈ ਕਰਕੇ ਸਾਰੀ ਸੰਗਤ ਦੇ ਸਮੇਤ ਸ਼੍ਰੀ ਅੰਮ੍ਰਿਤਸਰ ਕੋ ਗਏ,
ਦੇਤ ਭਗਤ ਕੋ ਰੰਗ। ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਲੇ ਪਾਏ ਨੇ। ਜਿਹੜੀ ਸਿੱਖ ਸੰਗਤ ਇੱਥੇ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਭਗਤੀ ਦੇ ਰੰਗ ਦੇ ਵਿੱਚ ਰੰਗ ਦਿੱਤਾ ਹੈ। ਉਹਨਾਂ ਨੂੰ ਨਾਮ ਜਪਣ ਦੇ ਲਈ ਕਿਹਾ ਹੈ। ਉਹਨਾਂ ਨੂੰ ਉਸ ਪਰਮੇਸ਼ਰ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਸਿਮਰਨ ਦੀ ਆਗਿਆ ਕੀਤੀ ਹੈ, ਹੁਕਮ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਗਤੀ ਦਾ ਰੰਗ ਦੇ ਕਰਕੇ ਆਪ ਜੀ ਅੰਮ੍ਰਿਤਸਰ ਨੂੰ ਚੱਲ ਪਏ ਹਨ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੀਤਿਕ ਸਮੈ ਬਿਤਾਏ। ਇਸ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਾਫੀ ਸਮਾਂ ਆਪਣੇ ਜੀਵਨ ਦਾ ਬਤੀਤ ਕੀਤਾ। ਜਿੱਥੇ ਜਿੱਥੇ ਜਾਂਦੇ ਨੇ ਪਾਤਸ਼ਾਹ ਜੀ ਉੱਥੇ ਹੀ ਸੰਗਤਾਂ ਨੂੰ ਉਸ ਨਿਰੰਕਾਰ ਦੇ ਨਾਲ ਜੋੜਦੇ ਹਨ। ਕਰਤ ਨਰਨ ਕਲਿਆਣ ਕੋ ਸਿੱਖੀ ਜਗ ਪ੍ਰਗਟਾਏ। ਤੇ ਅਨੇਕਾਂ ਹੀ ਲੋਕਾਂ ਦਾ ਕਲਿਆਣ ਕਰਦੇ ਨੇ ਤੇ ਸਿੱਖੀ ਜਗਤ ਦੇ ਵਿੱਚ ਪ੍ਰਕਾਸ਼ਵਾਨ ਕਰ ਰਹੇ ਨੇ, ਪ੍ਰਗਟ ਕਰ ਰਹੇ ਨੇ, ਸਿੱਖ ਬਣਾ ਰਹੇ ਨੇ। ਸਿੱਖ ਬਣਾ ਕਰਕੇ ਉਹਨਾਂ ਦੇ ਅੰਦਰ ਗੁਰਬਾਣੀ ਦੇ ਨਾਲ ਪ੍ਰੇਮ, ਨਾਮ ਸਿਮਰਨ ਦੇ ਨਾਲ ਪ੍ਰੇਮ, ਉਸ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਦੇ ਹਨ। ਨਿਸ਼ਾਨੀ ਚੰਦ ਸ਼੍ਰੀ ਹਰਿ ਗੋਬਿੰਦ ਚੰਦ ਜੀ ਆਨੰਦ ਬਿਲੰਦੈ। ਤੇ ਇਧਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਮਹਾਰਾਜ ਜੀ ਤਿਨਾਂ ਵਾਰੇ ਕਵੀ ਜੀ ਵਚਨ ਕਰਦੇ ਨੇ। ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਜੀ ਜੋ ਗੁਰਦੇਵ ਪਾਤਸ਼ਾਹ ਜੀ ਦੇ ਬੜੇ ਹੀ ਸੁੰਦਰ ਸਾਹਿਬਜ਼ਾਦੇ ਨੇ ਤੇ ਉਹ ਹਮੇਸ਼ਾ ਆਨੰਦ ਦੇ ਵਿੱਚ ਰੰਗੇ ਰਹਿੰਦੇ ਹਨ। ਚੜ੍ਹੈ ਤੁਰੰਗ ਕੁਰੰਗ ਜਨ ਦੁੱਤ ਮੋਰ ਮਨਿੰਦੈ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਮਰ ਇਹੋ ਜੀ ਹੋ ਗਈ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜੀ ਵਿੱਦਿਆ ਦੀ ਲੋੜ ਸੀ ਨਾ, ਉਹ ਵਿੱਦਿਆ ਪੜਾਉਣ ਦੇ ਲਈ ਮਹਾਰਾਜ ਜੀ ਨੇ ਸੇਵਾ ਲਗਾਈ ਹੈ। ਕਹਿੰਦੇ ਜਿਸ ਸਮੇਂ ਉਮਰ ਹੋਈ ਨਾ, ਇਹ ਵੀ ਇੱਕ ਮਰਜ਼ਾਦਾ ਹੈ, ਘਰ ਦੇ ਵਿੱਚ ਬੱਚੇ ਦੀ ਉਮਰ ਹੋ ਜਾਵੇ ਪੜ੍ਹਾਈ ਦੀ ਤੇ ਫਿਰ ਮਾਤਾ ਪਿਤਾ ਪੜਾਉਣ ਭੇਜਦੇ ਨੇ। ਗੁਰੂ ਨਾਨਕ ਮਹਾਰਾਜ ਜੀ ਦੀ ਆਯੂ ਹੋਈ ਸੀ ਪੜ੍ਹਨ ਦੀ, ਪਿਤਾ ਜੀ ਨੇ ਉਹਨਾਂ ਨੂੰ ਪੜ੍ਹਨ ਲਾਇਆ ਹੈ। ਇਸੇ ਪ੍ਰਕਾਰ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਪੜ੍ਹਨ ਦੀ ਉਮਰ ਹੋਈ ਤੇ ਸੰਗਤਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਵੀ ਹੁਣ ਸਾਡੇ ਬੱਚੇ ਨੂੰ ਸਿੱਖਿਆ ਕੌਣ ਦੇਵੇਗਾ, ਕਿਹੜਾ ਇਹਨਾਂ ਦਾ ਉਸਤਾਦ ਬਣੇਗਾ। ਤੇ ਸੰਗਤ ਦੇ ਵਿੱਚੋਂ ਆਵਾਜ਼ ਆਈ ਸੀ, ਮਹਾਰਾਜ ਤੁਹਾਡੇ ਤੋਂ ਵਧੀਆ ਗੁਰੂ ਕੌਣ ਹੋ ਸਕਦਾ ਹੈ, ਉਸਤਾਦ ਕੌਣ ਹੋ ਸਕਦਾ ਹੈ। ਮਹਾਰਾਜ ਜੀ ਨੇ ਸੰਗਤ ਵੱਲ ਆਪਣੀ ਦ੍ਰਿਸ਼ਟੀ ਕੀਤੀ, ਕਿਰਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਬਾਬਾ ਬੁੱਢਾ ਜੀ ਉੱਪਰ ਟਿਕ ਗਈ ਹੈ। ਤੇ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਉਸਤਾਦ ਲਾ ਦਿੱਤਾ ਹੈ। ਬਾਬਾ ਬੁੱਢਾ ਜੀ ਨੇ ਭਾਈ ਮਨੀ ਸਿੰਘ ਜੀ ਲਿਖਦੇ ਨੇ ਵੀ 64 ਪ੍ਰਕਾਰ ਦੀ ਵਿੱਦਿਆ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸਿਖਲਾਈ ਸੀ, ਉਹਦੀ ਸੰਥਿਆ ਦਿੱਤੀ। ਗੁਰਬਾਣੀ ਦੀ ਸੰਥਿਆ, ਇਸੇ ਪ੍ਰਕਾਰ ਕੀਰਤਨ ਦੀ ਸੰਥਿਆ, ਫਿਰ ਘੋੜ ਸਵਾਰੀ ਦੀ ਵਿੱਦਿਆ, ਤੈਰਾਕੀ ਦੀ ਵਿੱਦਿਆ, ਤੀਰ ਅੰਦਾਜ਼ੀ ਦੀ ਵਿੱਦਿਆ, ਨੇਜੇਬਾਜ਼ੀ ਦੀ ਵਿੱਦਿਆ, ਬਲਕਿ ਹਰੇਕ ਪ੍ਰਕਾਰ ਦੀ ਵਿੱਦਿਆ ਜਿਹੜੀ ਸੀ ਨਾ ਉਹਦੇ ਵਿੱਚ ਨਿਪੁੰਨ ਕਰ ਦਿੱਤਾ ਸੀ ਬਾਬਾ ਬੁੱਢਾ ਜੀ ਨੇ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਛੋਟੀ ਉਮਰ ਦੇ ਵਿੱਚ ਨੇ, ਜਦੋਂ ਘੋੜੇ ਦੇ ਉੱਪਰ ਚੜ੍ਹਦੇ ਨੇ ਨਾ, ਇੰਨੀ ਤੇਜ਼ੀ ਦੇ ਨਾਲ ਚੜ੍ਹਦੇ ਨੇ ਜਿਵੇਂ ਹਿਰਨ ਜਿਹੜਾ ਛਾਲ ਮਾਰ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲਾ ਜਾਇਆ ਕਰਦਾ ਹੈ। ਤੇ ਇਸੇ ਪ੍ਰਕਾਰ ਜਿਵੇਂ ਕਹਿੰਦੇ ਇਸ ਸੰਸਾਰ ਦੇ ਵਿੱਚ ਚੱਲਦਾ ਹੋਇਆ ਮੋਰ ਬੜਾ ਸੁੰਦਰ ਲੱਗਦਾ ਹੈ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਵੀ ਸੁੰਦਰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਨੇ। ਗੁਰੂ ਹਰਗੋਬਿੰਦ ਮਹਾਰਾਜ ਜੀ ਤੁਰੰਗ ਤੇ ਘੋੜੇ ਤੇ ਚੜ੍ਹਦੇ ਨੇ ਬੜੀ ਤੇਜ਼ੀ ਦੇ ਨਾਲ ਤੇ ਬੜੇ ਸੁੰਦਰ ਲੱਗਦੇ ਹਨ। ਆਦਿਕ ਪਲਾਏ ਫੰਦਾਵਤੇ ਧਨ ਸਰ ਧਰ ਹਾਥਾ। ਘੋੜੇ ਤੇ ਚੜ੍ਹ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਟਪਾਉਂਦੇ ਨੇ, ਬੜੀਆਂ ਟਪੂਸੀਆਂ ਲਵਾਉਂਦੇ ਨੇ ਘੋੜੇ ਦੀਆਂ, ਬੜੇ ਕੌਤਕ ਦਿਖਾਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਥ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਤੀਰ ਕਮਾਨ ਧਾਰਨ ਕੀਤਾ ਹੋਇਆ। ਹੁਣ ਤੀਰ ਦੇ ਨਾਲ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਨਿਸ਼ਾਨਾ ਲਾਉਣਾ ਹੁੰਦਾ ਹੈ ਨਾ, ਸਾਹਮਣੇ ਦੁਸ਼ਮਣ ਹੋਵੇ, ਕਈ ਵਾਰੀ ਘੋੜੇ ਨੂੰ ਇਸ ਤਰੀਕੇ ਦੇ ਨਾਲ ਸਿਖਾਇਆ ਜਾਂਦਾ ਹੈ ਵੀ ਘੋੜੇ ਨੂੰ ਹੱਥ ਲਾਇਆ ਤੇ ਘੋੜੇ ਨੇ ਟੱਪ ਪੈਣਾ ਹੈ। ਉਹ ਜਿਹੜੇ ਘੋੜ ਸਵਾਰੀ ਕਰਦੇ ਨੇ ਨਾ, ਜਾਂ ਜਿਹੜੇ ਉਹਨਾਂ ਦੇ ਘੋੜਿਆਂ ਦੇ ਸਿਖਾਉਣ ਵਾਲੇ ਹੁੰਦੇ ਨੇ, ਉਹ ਇਸ ਤਰੀਕੇ ਦੇ ਨਾਲ ਸਿਖਾਉਂਦੇ ਨੇ। ਲੱਤ ਲਾਈ, ਲੱਤ ਦੀ ਅੱਡੀ ਲਾਈ, ਘੋੜੇ ਨੇ ਟੱਪ ਜਾਣਾ ਹੈ।
ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਠਕੇਲੀਆਂ ਕਰਦੇ ਨੇ ਤੇ ਨਾਲ ਹੱਥ ਦੇ ਵਿੱਚ ਧਨੁਕ ਪਕੜਿਆ ਹੋਇਆ ਹੈ ਵੀ ਜਦੋਂ ਕਿਤੇ ਦੁਸ਼ਮਣ ਦੇ ਉੱਪਰ ਤੀਰਬਾਜ਼ੀ ਨਿਸ਼ਾਨੇਬਾਜ਼ੀ ਕਰਨੀ ਪਵੇ ਤੇ ਥੋੜਾ ਉੱਚਾ ਵੀ ਉੱਠਣਾ ਪਵੇ ਤੇ ਸਾਹਮਣੇ ਆ ਜਾਵੇ ਘੋੜਾ। ਮਹਾਰਾਜ ਜੀ ਆਪਣੇ ਹੱਥ ਦੇ ਵਿੱਚ ਤੀਰ ਕਮਾਨ ਪਕੜ ਕਰਕੇ ਘੋੜੇ ਤੇ ਸਵਾਰ ਹਨ। ਕਬ ਅਖੀਰ ਹਿਤ ਗਮਨ ਤੇ ਲੈ ਕੈ ਸਿੱਖ ਸਾਥਾ। ਤੇ ਕਦੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਅਜੇ ਬਚਪਨ ਰੂਪ ਦੇ ਵਿੱਚ ਨੇ, ਕਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਸਤਰ ਵਸਤਰਾਂ ਦੇ ਨਾਲ ਤਿਆਰ ਹੋ ਕਰਕੇ ਸ਼ਿਕਾਰ ਖੇਡਣ ਦੇ ਲਈ ਆਪਣੇ ਸਾਥੀਆਂ ਨੂੰ ਲੈ ਕਰਕੇ ਚੱਲ ਪੈਂਦੇ ਹਨ। ਵਿਦਿਆ ਆਯੁਧ ਕੀ ਕਰੈ 10 ਸੰਮਤ ਬੈਸਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਦਿਆ ਅਯੁਧ ਸ਼ਸਤਰ ਵਿਦਿਆ ਜਿਹੜੀ ਨਾ ਉਹ ਸਿੱਖਦੇ ਨੇ ਕਦੋਂ? ਜਦੋਂ ਹਜੇ 10 ਸਾਲ ਦੀ ਉਮਰ ਹੈ ਮੇਰੇ ਪਾਤਸ਼ਾਹ ਜੀ ਦੀ, ਗੁਰੂ ਹਰਗੋਬਿੰਦ ਮਹਾਰਾਜ ਜੀ ਦੀ 10 ਸਾਲ ਦੀ ਆਯੂ ਤੇ 10 ਸਾਲ ਦੀ ਉਮਰ ਦੇ ਵਿੱਚ ਸ਼ਸਤਰ ਵਿਦਿਆ ਸਿੱਖ ਰਹੇ ਹਨ। ਤੀਰ ਪ੍ਰਹਾਰਤ ਬੇਗ ਤੇ ਰਿਪਕੂ ਇਹ ਜੈਸਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨੰਨੇ ਨੰਨੇ ਹੱਥਾਂ ਦੇ ਵਿੱਚ ਪਕੜ ਕਰਕੇ ਤੀਰ ਚਲਾਉਂਦੇ ਨੇ ਨਾ, ਦੁਸ਼ਮਣ ਦੇ ਉੱਪਰ ਵਾਰ ਕਰਦੇ ਨੇ ਤੇ ਤੀਰ ਇੰਜ ਲੱਗਦਾ ਹੈ ਜਿਵੇਂ ਫਨੀਅਰ ਸੱਪ ਜਿਹੜਾ ਹੈ ਨਾ ਕਿਸੇ ਨੂੰ ਜਾ ਕਰਕੇ ਡੰਗ ਮਾਰਦਾ ਹੈ। ਇਹ ਕਹਿੰਦੇ ਨੇ ਸੱਪ ਨੂੰ, ਕਹਿੰਦੇ ਡੰਗ ਜਿਵੇਂ ਸੱਪ ਮਾਰਿਆ ਕਰਦਾ ਹੈ ਟੱਪ ਕਰਕੇ ਨਾ, ਇਸੇ ਪ੍ਰਕਾਰ ਤੀਰ ਤੇਜ਼ੀ ਨਾਲ ਚਲਾਉਂਦੇ ਹਨ। ਮਹਾ ਸਫਾਈ ਬਲ ਸਹਿਤ ਧਰ ਲਛ ਹਨੰਤੇ। ਬੜੀ ਸਫਾਈ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਨਿਸ਼ਾਨਾ ਬੰਨ੍ਹ ਕਰਕੇ, ਲਛ ਇੱਥੇ ਜਿਹੜਾ ਸ਼ਬਦ ਵਰਤਿਆ ਨਾ ਉਹਦਾ ਹੋਇਆ ਕਰਦਾ ਲਛ ਦਾ ਲਕਸ਼, ਹਿੰਦੀ ਦੇ ਵਿੱਚ ਕਹਿੰਦੇ ਨੇ ਲਕਸ਼, ਜਿਹੜਾ ਨਿਸ਼ਾਨਾ ਹੋਵੇ ਸਾਡਾ, ਉਹ ਨਿਸ਼ਾਨਾ ਬੰਨ੍ਹ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਸ਼ਾਨਾ ਲਗਾਉਂਦੇ ਹਨ। ਗਰਕ ਹੋਤ ਜਹ ਲਗਤ ਹੈ ਸੇਵਕ ਨਿਕ ਸੰਤੇ। ਜਦੋਂ ਬੜੀ ਜ਼ੋਰ ਦੇ ਨਾਲ ਨਿਸ਼ਾਨਾ ਲਗਾਉਂਦੇ ਨੇ ਨਾ ਤਾਂ ਤੀਰ ਉੱਥੇ ਹੀ ਖੁੱਭ ਜਾਂਦਾ ਜਾ ਕਰਕੇ, ਜਿੱਥੇ ਵੀ ਨਿਸ਼ਾਨਾ ਜਿਹੜਾ ਹੋਇਆ ਕਰਦਾ ਹੈ। ਜਦੋਂ ਆਪਾਂ ਸਿੱਖਦੇ ਆ ਨਾ ਨਿਸ਼ਾਨੇਬਾਜ਼ੀ, ਉਦੋਂ ਇਹ ਨਿਸ਼ਾਨਾ ਤੇ ਨਹੀਂ ਸਿੱਖੀ ਜਾਂਦੀ, ਉਦੋਂ ਸਾਹਮਣੇ ਕੋਈ ਨਾ ਕੋਈ ਚੀਜ਼ ਰੱਖ ਦਿੱਤੀ ਜਾਂਦੀ ਵੀ ਇਹਦੇ ਉੱਪਰ ਨਿਸ਼ਾਨਾ ਲਾਉਣਾ ਹੈ। ਤੀਰ ਜਾ ਕਰਕੇ ਖੁੱਭ ਜਾਂਦਾ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਾਥੀਆਂ ਨੂੰ ਸੰਗੀਆਂ ਨੂੰ ਕਹਿੰਦੇ ਨੇ ਤੇ ਉਹ ਸੇਵਕ ਜਾ ਕਰਕੇ ਤੀਰ ਕੱਢ ਕਰਕੇ ਵਾਪਸ ਲਿਆਉਂਦੇ ਹਨ। ਔਰ ਬਲਾ ਜਿਨ ਕੀ ਅਲਪ ਸ਼ੁਭ ਢੀਲ ਵਿਸਾਲਾ। ਆਯੂ ਬੇਸ਼ੱਕ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸਰੀਰਕ ਆਯੂ ਜਿਹੜੀ ਹੈ ਨਾ ਜੇ ਬੜੀ ਥੋੜੀ ਹੈ, ਪਰ ਸਰੀਰ ਜਿਹੜਾ ਹੈ ਢੀਲ ਵਿਸ਼ਾਲਾ, ਸਰੀਰ ਬੜਾ ਸੁੰਦਰ ਹੈ, ਉੱਚਾ ਲੰਬਾ, ਲੰਬੀਆਂ ਲੰਬੀਆਂ ਬਾਹਾਂ ਤੇ ਸਰੀਰ ਦੇਖਣ ਨੂੰ ਬੜਾ ਸੁੰਦਰ ਹੈ। ਡੋਲੇ ਜਿਹੜੇ ਭਰੇ ਹੋਏ ਨੇ, ਸਰੀਰ ਭਰਿਆ ਹੋਇਆ ਹੈ ਜੀ। ਭੁਜਾ ਪ੍ਰਲੰਬ ਅਲੰਬ ਬਲ ਗਹਿ ਧਨ ਸ਼ੁਕਰਾਲਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣੇ ਹੱਥਾਂ ਦੇ ਨਾਲ ਜਿਹੜੀਆਂ ਤਕੜੀਆਂ ਤਕੜੀਆਂ ਪਾਤਸ਼ਾਹ ਜੀ ਦੀਆਂ ਮੋਟੀਆਂ ਮੋਟੀਆਂ ਬਾਜੂਆਂ ਨੇ ਨਾ, ਉਹਨਾਂ ਦੇ ਨਾਲ ਜਦੋਂ ਤੀਰ ਖਿੱਚ ਕਰਕੇ ਚਲਾਉਂਦੇ ਨੇ, ਜਿੱਧਰ ਮਾਰਦੇ ਨੇ ਉਸ ਤੀਰ ਦੇ ਨਾਲ ਉਧਰ ਦਾ ਨਾਸ਼ ਕਰ ਦਿੰਦੇ ਹਨ। ਸੁਖ ਚਿਤ ਪਿਤ ਤੇ ਕਰਤ ਹੈ ਇਹ ਰੀਤ ਨਵੀਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਲੋਕ ਦੇਖਦੇ ਨੇ ਨਾ, ਉਹ ਸਾਰੇ ਕਹਿੰਦੇ ਕਰਦੇ ਨੇ ਵੀ ਇਹ ਨਵੀਂ ਰੀਤ ਗੁਰੂ ਹਰਗੋਬਿੰਦ ਮਹਾਰਾਜ ਜੀ ਕਰ ਰਹੇ ਨੇ। ਅਜੇ ਗੁਰੂ ਤਾਂ ਨਹੀਂ ਕਿਹਾ ਕਰਦੇ ਸਨ, ਪਰ ਸਾਹਿਬਜ਼ਾਦੇ ਕਿਹਾ ਕਰਦੇ ਸਨ। ਕਹਿੰਦੇ ਨਵੀਂ ਰੀਤ ਅਪਣਾ ਰਹੇ ਨੇ, ਕਿਉਂਕਿ ਗੁਰੂ ਘਰ ਦੇ ਵਿੱਚ ਪਹਿਲੋਂ ਇੰਨੇ ਕੋਈ ਸ਼ਸਤਰ ਚਲਾਉਂਦਾ ਨਹੀਂ ਸੀ। ਪਰ ਇਹ ਵੀ ਨਾ ਸੋਚਣਾ ਵੀ ਗੁਰੂ ਨੇ ਸ਼ਸਤਰ ਧਾਰਨ ਕਰਨ ਤੋਂ ਮਨਾ ਕਰ ਦਿੱਤਾ ਹੈ। ਸ਼ਸਤਰ ਪਹਿਲੋਂ ਵੀ ਗੁਰੂ ਧਾਰਨ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜੇ ਸ਼ਸਤਰ ਹੈ ਤਾਂ ਹੀ ਮੌਤ ਸਾਹਿਬ ਦੀ ਧਰਤੀ ਤੇ ਜਾ ਕਰਕੇ ਉਹ ਕੀਲਾ ਪੁੱਟਿਆ। ਪਹਿਲੋਂ ਵੀ ਸ਼ਸਤਰ ਵਿਦਿਆ ਹੋਇਆ ਕਰਦੀ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖ ਕਰਕੇ ਜਿਹੜੀ ਆਮ ਸੰਗਤ ਹੈ ਨਾ, ਉਹ ਕਹਿੰਦੇ ਨਵਾਂ ਹੀ ਕੰਮ ਕਰ ਰਹੇ ਹਨ। ਸ਼ੁਭਤ ਸਿਕੰਦ ਉਤੰਗ ਜੁਗ ਮੁਖ ਬਾਕ ਪ੍ਰਬੀਨਾ। ਦੋਨੋਂ ਹੀ ਮੋਢੇ ਬੜੇ ਉੱਚੇ ਨੇ, ਬੜੇ ਸੁੰਦਰ ਲੱਗਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁਖ ਬਾਕ ਸਰੂਪ ਜਿਹੜਾ ਹੈ ਨਾ, ਚਿਹਰਾ ਜਿਹੜਾ ਉਹ ਵੀ ਬੜਾ ਸੁੰਦਰ ਹੈ ਜੀ। ਡਿੜ ਸੰਧੀ ਜੁਗ ਬਾਹਾਂ ਕੀ ਭੁਜ ਦੰਡ ਪ੍ਰਚੰਡੇ। ਦੋਨੋਂ ਹੀ ਬਾਹਾਂ ਦੀਆਂ ਜਿਹੜੀਆਂ ਉਂਗਲਾਂ ਨੇ ਉਹ ਵੀ ਬੜੀਆਂ ਸੁੰਦਰ ਲੰਬੀਆਂ ਲੰਬੀਆਂ ਹਨ। ਕਰ ਸਾਖਾ ਦੀਰਘ ਸੋ ਮਿਲ
ਸ਼ੁਭ ਰੇਖਨ ਮੰਡੇ। ਕਰ ਸ਼ਾਖਾ ਹੱਥਾਂ ਦੀਆਂ ਉਂਗਲਾਂ ਜਿਹੜੀਆਂ ਨੇ ਦੀਰਘ ਲੰਬੀਆਂ ਹਨ, ਸੁਮਿਲ ਸ਼ੁਭ ਰੇਖਨ ਮੰਡੇ, ਉਹ ਮਿਲ ਕਰਕੇ ਰੇਖਾ ਬਣਾਉਂਦੀਆਂ ਨੇ, ਰੇਖਨ ਮੰਡੇ ਬਣਾਉਂਦੀਆਂ ਹਨ। ਇਸ ਪ੍ਰਕਾਰ ਦੇ ਵੀ ਹੱਥ ਦੀਆਂ ਉਂਗਲੀਆਂ ਲੰਬੀਆਂ ਨੇ, ਇੱਕੋ ਜੀਆਂ ਚੰਗੀਆਂ ਰੇਖਾ ਦੇ ਨਾਲ ਸੁਸ਼ੋਭਿਤ ਹਨ। ਰੇਖਾ ਲਗ ਮਣ ਬੰਦ ਤੇ ਭਈ ਮੱਛ ਅਕਾਰਾ। ਤੇ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁੱਟਾਂ ਦੇ ਉੱਪਰ ਮਣੀ ਦਾ ਬੰਧ ਬੰਨਿਆ ਹੋਇਆ ਹੈ। ਗੁੱਟਾਂ ਵਾਲਾ ਥਾਂ ਜਿਹੜਾ ਹੈ ਨਾ, ਉੱਥੇ ਉੱਪਰ ਇਸ ਪ੍ਰਕਾਰ ਇੱਕ ਲਕੀਰ ਵਗੀ ਹੋਈ ਹੈ ਵੀ ਮਣੀ ਵੱਜੀ ਹੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਬਾਰੇ ਕਵੀ ਵਚਨ ਕਰਦੇ ਨੇ, ਕਹਿੰਦੇ ਇਸੇ ਪ੍ਰਕਾਰ ਮੱਛ ਦੇ ਆਕਾਰ ਵਾਲੀ ਰੇਖਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁੱਟ ਦੇ ਇਰਦ ਗਿਰਦ ਘੁੰਮ ਰਹੀ ਹੈ। ਰੇਖਾ ਛਤਰ ਆਕਾਰ ਕੀ ਜਿਸ ਕੋ ਫਲ ਭਾਰਾ। ਤੇ ਇੱਕ ਛਤਰ ਆਕਾਰ ਦੀ ਰੇਖਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਪਰ ਹੈ, ਜਿਹਦੇ ਕਹਿੰਦੇ ਬਹੁਤ ਜ਼ਿਆਦਾ ਉਸ ਰੇਖਾ ਦਾ ਬਲ। ਇਹ ਆਮ ਲੋਕਾਂ ਦਾ ਕਥਨ ਹੈ, ਗੁਰੂ ਘਰ ਦੇ ਨਾਲ ਇਸ ਦਾ ਕੋਈ ਸੰਬੰਧ ਨਹੀਂ। ਜਿਹੜੇ ਜੋਤਸ਼ੀ ਹੋਇਆ ਕਰਦੇ ਨੇ ਨਾ, ਹੱਥ ਦੇਖਦੇ ਨੇ ਰੇਖਾਵਾਂ ਦੇ ਅਨੁਸਾਰ ਹੀ ਕਹਿ ਦਿੰਦੇ ਨੇ ਵੀ ਇਹ ਅਮੀਰ ਹੋਵੇਗਾ, ਇਹ ਗਰੀਬ ਹੋਵੇਗਾ। ਗੁਰੂ ਘਰ ਦੇ ਨਾਲ ਇਸ ਦਾ ਕੋਈ ਸੰਬੰਧ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਮਾੜੀਆਂ ਰੇਖਾਵਾਂ ਜੇ ਗੁਰੂ ਚਰਨਾਂ ਦੇ ਨਾਲ ਜੁੜ ਗਏ ਆ ਮੇਟ ਦਿੰਦੇ ਨੇ। ਆਪਾਂ ਮੱਥਾ ਇਸੇ ਕਰਕੇ ਟੇਕਦੇ ਆ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਦਾ ਮਤਲਬ ਹੀ ਇਹ ਆ ਵੀ ਮਾੜੇ ਲੇਖ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਲਿਖੇ ਹੋਏ ਨੇ ਨਾ, ਉਹ ਆਪ ਜੀ ਦੇ ਚਰਨਾਂ ਰੂਪੀ ਮੋਹਰ ਇਸ ਮੱਥੇ ਤੇ ਲੱਗ ਗਈ ਤੇ ਇਹ ਅੱਖਰ ਸਿੱਧੇ ਹੋ ਜਾ ਬਣ ਗਏ। ਇਸੇ ਪ੍ਰਕਾਰ ਆਮ ਲੋਕ ਕਹਿੰਦੇ ਨੇ ਵੀ ਇਹਦਾ ਫਲ ਬੜਾ ਭਾਰੀ ਹੋਵੇਗਾ। ਜਿਹੜੀਆਂ ਸੁੰਦਰ ਸੁੰਦਰ ਰੇਖਾਵਾਂ ਆਕਾਰ ਛਤਰ ਰੂਪ ਦੇ ਵਿੱਚ ਬਣੀਆਂ ਹੋਈਆਂ ਹਨ। ਆਜੁਤ ਛਾਤੀ ਉਦਰ ਪਰ ਤ੍ਰਿਵਲੀ ਦੁੱਤ ਪਾਵੈ। ਕਹਿੰਦੇ ਪੇਟ ਤੇ ਪੈਣ ਵਾਲੇ ਤ੍ਰੈ ਵਲ, ਤਿੰਨ ਵਲ ਨੇ, ਛਾਤੀ ਚੌੜੀ ਹੈ, ਸੁੰਦਰ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਣਿਆ ਹੋਇਆ ਹੈ ਜੀ। ਚਬੁਕ ਚਾਰ ਬਿਸਤ੍ਰਿਤ ਕੁਸ਼ ਚੌਕਾ ਚਮਕਾਵੈ। ਤੇ ਸਤਿਗੁਰੂ ਮਹਾਰਾਜ ਜੀ ਦੀ ਠੋਡੀ ਜਿਹੜੀ ਹੈ ਨਾ, ਉਹ ਠੋਡੀ ਬੜੀ ਸੁੰਦਰ ਹੈ। ਠੋਡੀ ਫੈਲੀ ਹੋਈ ਹੈ, ਚੌੜੀ ਹੈ ਥੋੜੀ, ਤੇ ਚਾਰ ਦੰਦ ਜਿਹੜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਹ ਬੜੇ ਸੁੰਦਰ ਚਮਕਦੇ ਨੇ, ਤੇ ਉਸ ਦੇ ਨਾਲ ਮੁਖ ਦੀ ਸੁੰਦਰਤਾ ਹੋਰ ਵੱਧ ਜਾਂਦੀ ਹੈ ਜੀ। ਰਕਤ ਅਦਰ ਸੁੰਦਰ ਮ੍ਰਿਦੁਲ ਬੋਲਤ ਮੁਸਕਾਏ। ਰਕਤ ਅਦਰ, ਇਹ ਕਹਿੰਦੇ ਨੇ ਬੁੱਲਾਂ ਨੂੰ, ਲਾਲ ਰੰਗ ਦੇ ਸੂਹੇ ਬੁੱਲ। ਤੇ ਇਸੇ ਪ੍ਰਕਾਰ ਕਹਿੰਦੇ ਜਦੋਂ ਉਹਨਾਂ ਬੁੱਲਾਂ ਦੇ ਵਿੱਚੋਂ ਮੁਸਕਾਉਂਦੇ ਨੇ, ਮੁਸਕਰਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਪਨ ਦੇ ਵਿੱਚ ਜਦੋਂ ਕੋਈ ਬੋਲ ਬੋਲਦੇ ਨੇ ਨਾ, ਉਹ ਬੜੇ ਸੁੰਦਰ ਲੱਗਦੇ ਹਨ। ਮੁਖ ਮੰਡਲ ਦੀਰਘ ਦਿਪਤ ਦ੍ਰਿਗ ਮ੍ਰਿਗ ਡਰ ਪਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁਖ ਮੰਡਲ ਭਾਵ ਸਾਰਾ ਹੀ, ਨੇਤਰ, ਨਾਸ਼ਕਾ, ਮੁਖ, ਕੰਨ, ਸਾਰੇ ਹੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੇਖਦੇ ਬੜੇ ਸੁੰਦਰ ਲੱਗਦੇ ਨੇ। ਤੇ ਨੇਤਰਾਂ ਨੂੰ ਤੱਕ ਕਰਕੇ ਹਿਰਨ ਵੀ ਘਬਰਾ ਜਾਇਆ ਕਰਦੇ ਨੇ। ਹਿਰਨ ਜਿਹੜੇ ਨੇ ਨਾ, ਮ੍ਰਿਗ ਦ੍ਰਿਗ ਮ੍ਰਿਗ ਡਰ ਪਾਏ। ਕਹਿੰਦੇ ਦੋਨਾਂ ਨੇਤਰਾਂ ਨੂੰ ਦੇਖ ਕਰਕੇ ਮ੍ਰਿਗ ਹਿਰਨ ਜਿਹੜੇ ਨੇ ਉਹ ਵੀ ਡਰ ਲੱਗ ਜਾਂਦੇ ਹਨ। ਸੋਵਟਨ ਕੀ ਵਿਦਿਆ ਸਬਲ ਅਭਿਆਸ ਕਰਨ ਤੇ। ਸੁਭਟਨ ਸੂਰਮਿਆਂ ਦੀ ਵਿਦਿਆ ਜਿਹੜੀ ਹੈ ਨਾ, ਉਸ ਦਾ ਅਭਿਆਸ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਇਸ ਬਚਪਨ ਉਮਰ ਦੇ ਵਿੱਚ ਕਰਦੇ ਹਨ। ਮਨੋ ਵੀਰ ਰਸ ਅਵਤਰਿਓ ਰਣ ਪ੍ਰਿਯ ਲਖ ਅੰਤੇ। ਕਹਿੰਦੇ ਮੰਨਣਾ ਕਰੋ, ਵੀਰ ਰਸ ਉਹਨਾਂ ਨੇ ਧਾਰਨ ਕਰ ਲਿਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਣ ਪ੍ਰੇ, ਰਣ ਕਹਿੰਦੇ ਨੇ ਜੰਗ ਦੇ ਮੈਦਾਨ ਨੂੰ, ਪ੍ਰੇ ਕਹਿੰਦੇ ਨੇ ਪਿਆਰਾ। ਜੰਗ ਦਾ ਮੈਦਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਆਰਾ ਲੱਗਦਾ ਹੈ। ਇਹ ਜਾਣਦੇ ਹਨ ਵੀ ਜੰਗ ਦਾ ਮੈਦਾਨ ਪਿਆਰਾ ਹੈ। ਨਿਤ ਪ੍ਰਤ ਦੇਹ ਵਿਸ਼ਾਲ ਹੋਇ ਤਿਮ ਬਲ ਬਿਰਧਾਵੈ। ਰੋਜ਼ਾਨਾ ਹੀ ਨਿਤਾ ਪ੍ਰਤੀ ਰੋਜ਼ਾਨਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ ਜਿਹੜਾ ਹੈ ਨਾ, ਸਰੀਰ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਤੇ ਇਸ ਪ੍ਰਕਾਰ ਪਾਤਸ਼ਾਹ ਜੀ ਦੇ ਸਰੀਰ ਦੇ ਅੰਦਰ ਬਲ ਵੀ ਜਿਹੜਾ ਹੈ ਨਾ, ਸ਼ਸਤਰ ਵਿਦਿਆ ਧਾਰਨ ਕਰ ਰਹੇ ਨੇ, ਸਿੱਖ ਰਹੇ ਨੇ, ਸਿਖਲਾਈ ਪ੍ਰਾਪਤ ਕਰਦੇ ਨੇ। ਉਸ ਦੇ ਨਾਲ ਸਰੀਰ ਦਾ ਬਲ ਵੀ ਜਿਹੜਾ ਵੱਧਦਾ ਜਾਂਦਾ ਹੈ ਜੀ। ਤਿਮਹੀ ਚਤੁਰਨ ਮਰਦਬੂ
ਨਿਜ ਭਾਵ ਜਨਾਵੈ। ਤੇ ਕਹਿੰਦੇ ਸਰੀਰ ਦਾ ਵਧਣਾ ਨਾ ਵੈਰੀਆਂ ਨੂੰ ਮੱਲ ਸੱਟਣ ਦਾ ਭਾਵ ਜਣਾਉਂਦਾ ਹੈ। ਸਰੀਰ ਦਾ ਵਧਣਾ, ਸੁੰਦਰ ਲੱਗਣਾ, ਤਾਕਤ ਆ ਜਾਣੀ, ਬਲ ਦਾ ਆ ਜਾਣਾ, ਇਹ ਮਹਿਸੂਸ ਕਰਾਉਂਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੈਰੀ ਹੋਣਗੇ ਨਾ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੜ੍ਹਾਂ ਤੋਂ ਪੁੱਟ ਦਿਆ ਕਰਨਗੇ। ਸਿੱਖ ਪਿਖ ਕੈ ਸਭ ਕਰਤ ਹੈ, ਮਨ ਮਹਿ ਅਨੁਮਾਨਾ। ਤੇ ਜਦੋਂ ਇਹ ਗੱਲ ਜੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਆਪਣੇ ਜੀਵਨ ਦੇ ਵਿੱਚ ਕਰ ਰਹੇ ਨੇ, ਸ਼ਸਤਰ ਵਿਦਿਆ ਲੈ ਰਹੇ ਨੇ, ਇਹਨਾਂ ਦੀ ਤਾਕਤ ਦੇਖਦੇ ਨੇ, ਇਹਨਾਂ ਦਾ ਸਰੀਰ ਦੇਖਦੇ ਨੇ, ਤੇ ਸਿੱਖ ਆਪਣੇ ਆਪਣੇ ਮਨਾਂ ਦੇ ਵਿੱਚ ਅਨੁਮਾਨ ਲਾਉਂਦੇ ਨੇ, ਸੋਚ ਵਿਚਾਰ ਕਰਦੇ ਹਨ। ਇਹ ਸਤਿਗੁਰ ਜੋਦਾ ਬਨੈ, ਹਾਨੈ ਰਿਪ ਪ੍ਰਾਨਾ। ਕੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਵੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਯੋਧਾ ਰੂਪ ਦੇ ਵਿੱਚ ਹੋਣਗੇ, ਸੂਰਮੇ ਹੋਣਗੇ। ਬਨਹਿ ਹਾਨੇ ਰਿਪ ਪ੍ਰਾਨਾ, ਕਹਿੰਦੇ ਯੋਧਾ ਤਾਂ ਬਣਨਗੇ ਹੀ, ਪਰ ਦੁਸ਼ਮਣ ਜਿਹੜੇ ਹੋਣਗੇ ਨਾ ਉਹਨਾਂ ਦਾ ਨਾਸ਼ ਕਰਨਗੇ, ਉਹਨਾਂ ਦੇ ਸਰੀਰਾਂ ਦਾ ਨਾਸ਼ ਕਰ ਦੇਣਗੇ। ਕੇਤਿਕ ਕਹਿ ਨ ਜੋਗਤਾ, ਗੁਰ ਕੇ ਘਰ ਐਸੇ। ਤੇ ਕਈ ਕਹਿੰਦੇ ਨੇ ਦੇਖ ਕਰਕੇ, ਕਹਿੰਦੇ ਇਹੋ ਜਿਹਾ ਕੰਮ ਜਿਹੜਾ ਨਾ ਗੁਰੂ ਘਰ ਦੇ ਲਈ ਯੋਗ ਨਹੀਂ। ਗੁਰੂ ਘਰ ਦੇ ਵਿੱਚ ਅੱਜ ਵੀ ਆਪਾਂ ਕਹਿ ਦਿੰਦੇ ਆ ਨਾ, ਕਈ ਦੂਸਰੇ ਧਰਮਾਂ ਦੇ ਲੋਕ ਕਹਿ ਦਿੰਦੇ ਨੇ ਵੀ ਸ਼ਸਤਰ ਦਾ ਕੰਮ ਕੀ ਆ ਗੁਰੂ ਘਰ ਦੇ ਵਿੱਚ, ਤੁਸੀਂ ਸ਼ਸਤਰ ਕਿਉਂ ਧਾਰਨ ਕੀਤਾ ਹੈ, ਤੁਸੀਂ ਸ਼ਸਤਰਾਂ ਨੂੰ ਕਿਉਂ ਨਮਸਕਾਰ ਕਰਦੇ ਹੋ। ਗੁਰਦੇਵ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਜਿਸ ਸਥਾਨ ਤੇ ਅਸੀਂ ਅੱਜ ਬੈਠੇ ਹਾਂ ਨਾ, ਜਿੰਨੇ ਵੀ ਤਖਤ ਨੇ, ਜਿੱਥੇ ਉਹ ਤਖਤਾਂ ਤੇ ਜਾ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ, ਉੱਥੇ ਸ਼ਸਤਰਾਂ ਨੂੰ ਵੀ ਨਮਸਕਾਰ ਕੀਤੀ ਜਾਂਦੀ ਹੈ। ਔਰ ਆਮ ਗੁਰੂ ਘਰਾਂ ਦੇ ਵਿੱਚ, ਜਿੱਥੇ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੇ ਗੁਰੂ ਘਰ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਉੱਥੇ ਵੀ ਸੁਭਾਇਮਾਨ ਨੇ ਤੇ ਸਾਹਮਣੇ ਸ਼ਸਤਰ ਰੱਖੇ ਹੁੰਦੇ ਨੇ। ਗੁਰੂ ਘਰ ਸਿੱਖ ਦੋ ਜਗ੍ਹਾ ਮੱਥਾ ਟੇਕਦਾ ਹੈ, ਇੱਕ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਤੇ ਦੂਸਰਾ ਜੇ ਮੱਥਾ ਇਸ ਦਾ ਝੁਕਦਾ ਹੈ ਨਾ, ਜਾਂ ਸੀਸ ਝੁਕਦਾ ਹੈ, ਤੇ ਉਹ ਸ਼ਸਤਰਾਂ ਨੂੰ ਝੁਕਦਾ ਹੈ। ਉਹ ਮਹਾਰਾਜ ਜੀ ਨੇ ਇੰਨੀ ਬੜੀ ਕਿਰਪਾ ਕੀਤੀ ਹੋਈ ਹੈ। ਜੇ ਆਮ ਗੁਰਸਿੱਖ ਜਿਹੜਾ ਹੈ ਨਾ, ਜਿਹਨੂੰ ਪਤਾ ਮਰਿਆਦਾ ਦਾ, ਜੇ ਉਹ ਕਿਰਪਾਨ ਵੀ ਖੋਲ ਕੇ ਦਰਸ਼ਨ ਕਰੇਗਾ ਨਾ, ਤੇ ਉਹ ਆਪਣੇ ਮੱਥੇ ਨੂੰ ਲਾਉਂਦਾ ਹੈ। ਕਿਉਂ? ਕਿਉਂਕਿ ਉਦੋਂ ਗੁਰੂ ਯਾਦ ਆਉਂਦਾ ਹੈ, ਗੁਰੂ ਨੂੰ ਯਾਦ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਇਹ ਲੋਕ ਕਹਿੰਦੇ ਨੇ, ਕਹਿੰਦੇ ਇਹ ਚੰਗਾ ਨਹੀਂ, ਇਹ ਸ਼ੋਭਾ ਨਹੀਂ ਦਿੰਦਾ, ਇਹ ਗੁਰੂ ਘਰ ਦੇ ਲਈ ਯੋਗ ਨਹੀਂ ਹੈ ਜੀ। ਮਾਲਾ ਸੇਲੀ ਰਾਖਤੇ, ਸੰਤਨ ਮਤ ਜੈਸੇ। ਗੁਰੂ ਤਾਂ ਇੰਜ ਕਰਦੇ ਨੇ, ਕਹਿੰਦੇ ਮਾਲਾ ਸੇਲੀ, ਟੋਪੀ ਤੇ ਮਾਲਾ ਹੱਥ ਵਿੱਚ ਰੱਖਦੇ ਨੇ, ਤੇ ਸੰਤਾਂ ਵਰਗਾ ਮਤ ਹੋਇਆ ਕਰਦਾ ਹੈ, ਉਹਨਾਂ ਦੀ ਮਰਜ਼ਾਦਾ ਸੰਤਾਂ ਵਰਗੀ ਹੋਇਆ ਕਰਦੀ ਹੈ। ਸੱਚ ਜਾਣਿਓ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਪੰਥ ਦੀ ਆਰੰਭਤਾ ਕੀਤੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੰਪੂਰਨਤਾ ਕੀਤੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲਗਾ ਦਿੱਤਾ ਇਸ ਖਾਲਸਾ ਪੰਥ ਨੂੰ, ਸਿੱਖ ਪੰਥ ਨੂੰ। ਆਰੰਭਤਾ ਸੰਤ ਤੋਂ ਹੀ ਹੋਈ ਹੈ, ਤੇ ਸੰਪੂਰਨਤਾ ਆਣ ਕਰਕੇ ਸਿਪਾਹੀ ਤੇ ਹੋਈ ਹੈ। ਇਸੇ ਸਥਾਨ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਸਥਾਨ ਤੇ ਆਪਣੇ ਸੰਤਾਂ ਨੂੰ ਸਿਪਾਹੀ ਬਣਾਇਆ ਹੈ। ਤੇ ਉਹ ਲੋਕ ਸੋਚਦੇ ਨੇ, ਕਹਿੰਦੇ ਨਹੀਂ, ਗੁਰੂ ਕਿਹਾ ਲਈ ਇਹ ਚੰਗਾ ਨਹੀਂ, ਉਹ ਸ਼ਸਤਰ ਹੱਥ ਦੇ ਵਿੱਚ ਪਕੜਨ, ਉਹਨਾਂ ਦੇ ਹੱਥ ਦੇ ਵਿੱਚ ਤਾਂ ਮਾਲਾ ਹੋਣੀ ਚਾਹੀਦੀ ਹੈ, ਜਾਂ ਸੇਲੀ ਟੋਪੀ ਸਿਰ ਤੇ ਹੋਣੀ ਚਾਹੀਦੀ ਹੈ। ਸੰਤਾਂ ਵਰਗਾ ਉਹਨਾਂ ਦਾ ਜੀਵਨ ਹੋਣਾ ਚਾਹੀਦਾ, ਨਾ ਕਿਸੇ ਨੂੰ ਕਹਿਣ। ਬੇਸ਼ੱਕ ਕੋਈ ਆਵੇ ਤੇ ਆਪਣੇ ਸ਼ਸਤਰ ਦੇ ਨਾਲ ਸਾਡੀ ਧੌਣ ਝਟਕਾ ਕੇ ਲੈ ਜਾਵੇ। ਇਹੋ ਹੀ ਕੰਮ ਹੋਇਆ ਨਾ, ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਹੀ ਉਹ ਹੈ। ਉਦੋਂ ਦੇ ਜਿਹੜੇ ਧਾਰਮਿਕ ਆਗੂ ਸਨ, ਮੁੱਲਾ ਜਾਂ ਕਾਜ਼ੀ ਜਾਂ ਪੰਡਤ, ਉਹ ਕਿਹਾ ਕਰਦੇ ਸਨ, ਕਹਿੰਦੇ ਰਾਜਾ ਤੁਹਾਨੂੰ ਫੌਜ ਰੱਖਣ ਦੀ ਕੀ ਲੋੜ ਹੈ, ਸਾਡੇ ਕੋਲ ਤਾਂ ਮੰਤਰੀ ਇਹੋ ਜਿਹਾ, ਅਸੀਂ ਮੰਤਰ ਮਾਰ ਦਿੱਤੇ ਨਾ, ਤੇ ਜਿਹੜਾ ਚੜ ਕਰਕੇ ਆਵੇਗਾ ਉਹਨਾਂ ਹੋ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਕੋਈ ਮੁਗਲ ਨਾ ਹੋ ਆਂਦਾ, ਕਿਨੇ ਨਾ ਪਰਚਾ ਲਾਇਆ। ਜਦੋਂ ਚੜ ਕਰਕੇ ਆਏ ਨਾ ਮੁਗਲ, ਫਿਰ ਮੂਰਤੀਆਂ ਦੇ ਪਿੱਛੇ ਬੈਠ ਕਰਕੇ ਮੰਤਰ ਪੜ੍ਹੇ ਗਏ ਨੇ। ਫਿਰ ਉਹਨਾਂ ਕਾਜ਼ੀਆਂ ਨੇ, ਉਹਨਾਂ ਮੁੱਲੇ ਜਿਹੜੇ ਮਸਜਿਦਾਂ ਦੇ ਵਿੱਚ ਰਹਿੰਦੇ ਸੀ, ਉਹ ਵੀ ਮੰਤਰ ਜੰਤਰ ਤਾਂਤਰਿਕ ਹੋਇਆ ਕਰਦੇ ਨੇ, ਉਹ ਵੀ ਪੜ੍ਹਦੇ ਨੇ, ਪਰ ਕੋਈ ਨਹੀਂ ਆਂਦਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਸਾ ਦਿੱਤਾ, ਕਹਿੰਦੇ ਕੋਈ ਜ਼ੋਰ ਕਰੇਗਾ ਨਾ, ਤੇ ਉਸ ਦਾ ਜਵਾਬ ਤੁਹਾਡੀ ਕਿਰਪਾਨ ਦੇਵੇਗੀ।
ਗੁਰੂ ਕੇ ਸਿੱਖਾ ਤੇਰੇ ਕੋਲ ਸ਼ਸਤਰ ਹੋਣੇ ਚਾਹੀਦੇ ਨੇ, ਤੇ ਇੱਧਰ ਇਹ ਕਹਿੰਦੇ ਨੇ ਵੀ ਨਹੀਂ, ਇਹ ਚੰਗਾ ਨਹੀਂ, ਸ਼ੋਭਾ ਨਹੀਂ ਰੱਖਦਾ। ਬਾਲਕ ਲੀਲਾ ਕਰਤ ਹੈ, ਵੱਡ ਹੋਏ ਤਜੈ ਹੈ। ਕਹਿੰਦੇ ਇਹ ਤਾਂ ਬਾਲਕ ਨੇ, ਹਜੇ ਲੀਲਾ ਕਰਦੇ ਨੇ ਬੱਚਿਆਂ ਵਾਲੀ, ਬੱਚਿਆਂ ਦੇ ਕੰਮ ਹੀ ਹੋਇਆ ਕਰਦੇ ਨੇ, ਉਤਸ਼ਾਹਿਤ ਹੋਇਆ ਕਰਦੇ ਨੇ। ਜਦੋਂ ਵੱਡੇ ਹੋ ਜਾਵਣਗੇ ਨਾ, ਆਪੇ ਛੱਡ ਦੇਣਗੇ, ਆਪਣੇ ਗੁਰੂ ਵਾਲੇ ਕਰਮ ਕਰਨਗੇ, ਜਿਵੇਂ ਗੁਰੂ ਕਰਦੇ ਨੇ ਉਵੇਂ ਹੀ ਇਹ ਕਰਨਗੇ। ਪਿਤ ਦਾਦੇ ਕੀ ਰੀਤ ਕੋ ਸੁਨ ਪਿਖ ਵਰਤੈ ਹੈ। ਫਿਰ ਜਦੋਂ ਵੱਡੇ ਹੋਣਗੇ ਨਾ, ਆਪਣੇ ਦਾਦੇ ਪੜਦਾਦੇ ਪਿਤਾ ਦੀ ਰੀਤ ਸੁਣਨਗੇ, ਸੁਣ ਕਰਕੇ ਦੇ ਕਰਕੇ ਉਸੇ ਰੀਤ ਦੇ ਉੱਪਰ ਚੱਲਣਗੇ। ਇਹ ਭੁਲੇਖਾ ਹੈ ਕੁਝ ਲੋਕਾਂ ਦਾ, ਬਈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਜਾਣਦੇ ਵੀ ਹੁਣ ਸਮਾਂ ਬਦਲਣ ਦਾ ਸਮਾਂ ਆ ਗਿਆ ਹੈ। ਹੁਣ ਜਿਵੇਂ ਜਿਵੇਂ ਸਮਾਂ ਅੱਗੇ ਬਦਲੀ ਹੁੰਦਾ ਜਾ ਰਿਹਾ ਨਾ, ਉਵੇਂ ਉਵੇਂ ਸਮਾਂ ਬਦਲਦਾ ਹੋਇਆ ਇਹ ਸਿੱਖ ਪੰਥ ਹੁਣ ਸ਼ਸਤਰ ਨੂੰ ਧਾਰਨ ਕਰਨ ਲੱਗ ਪਿਆ। ਤੇ ਕਹਿੰਦੇ ਨੇ ਹੌਲੀ ਹੌਲੀ ਆਪੇ ਕਰ ਜਾਣਗੇ, ਆਪਣੇ ਮਾਤਾ ਪਿਤਾ ਦੀ, ਆਪਣੇ ਦਾਦੇ ਪੜਦਾਦਿਆਂ ਦੀ ਰੀਤ ਜਿਹੜੀ ਹੈ, ਉਹ ਰੀਤ ਨੂੰ ਮੰਨਣ ਲੱਗ ਪੈਣਗੇ। ਕੀ ਚਿਤ ਕਹਿ ਨ ਇਹ ਕਹਿ ਕਰੈ ਗੁਰਪੂਰਬ ਰੀਤਾ। ਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਨਹੀਂ, ਇਹ ਹੁਣ ਪੁਰਾਤਨ ਜਿਵੇਂ ਗੁਰੂ ਪਹਿਲੇ ਪੰਜਵੇਂ ਪਾਤਸ਼ਾਹ ਤੱਕ ਵਰਤਦੇ ਰਹੇ ਨੇ ਨਾ, ਉਹਨਾਂ ਦੇ ਵਾਂਗੂ ਨਹੀਂ ਕਰਨਗੇ। ਇਹ ਹੁਣ ਨਵੇਂ ਪੰਥ ਦੀ ਸਿਰਜਣਾ ਕਰ ਰਹੇ ਨੇ, ਅੱਗੇ ਵਧ ਰਿਹਾ ਪੰਥ, ਤੇ ਕਹਿਣ ਲੱਗੇ ਪਿਓ ਦਾਦੇ ਵਾਂਗਰ ਨਹੀਂ ਕਰਨਗੇ, ਪਹਿਲੇ ਗੁਰੂ ਸਾਹਿਬਾਂ ਵਾਂਗਰ ਨਹੀਂ ਕਰਨਗੇ, ਹੁਣ ਹੋਰ ਹੀ ਤਰੀਕਾ ਅਪਣਾਉਣਗੇ। ਦੇਪਤ ਪ੍ਰਤਾਪੀ ਤੇਜ ਤੇ ਸ਼ਸਤਰਨ ਮਹਿ ਪ੍ਰੀਤਾ। ਉਹ ਦੇਖਦੇ ਨੇ ਵੀ ਇਹਨਾਂ ਦਾ ਤੇਜ ਪ੍ਰਤਾਪ ਬੜਾ ਤੇਜ ਹੈ, ਚਿਹਰੇ ਦਾ ਤੇਜ ਪ੍ਰਤਾਪ, ਸਰੀਰ ਦਾ ਤੇਜ ਪ੍ਰਤਾਪ ਬੜਾ ਸੁੰਦਰ ਹੈ। ਤੇ ਕਹਿੰਦੇ ਸ਼ਸਤਰਨ ਮੈਂ ਪ੍ਰੀਤਾ, ਇਹਨਾਂ ਦਾ ਪ੍ਰੇਮ ਸ਼ਸਤਰਾਂ ਦੇ ਨਾਲ ਹੈ, ਇਹਨਾਂ ਦਾ ਪ੍ਰੇਮ ਸ਼ਸਤਰਾਂ ਦੇ ਨਾਲ ਹੈ, ਤਾਂ ਕਰਕੇ ਇਹ ਰੀਤ ਬਦਲੀ ਕਰ ਦੇਣਗੇ। ਸਕਲ ਜੰਗ ਕੀ ਵਿਦ ਕਰੈ ਪ੍ਰਿਯ ਲਾਗੈ ਸੋਈ। ਤੇ ਇਹ ਸਾਰੀ ਜੰਗ ਦੀ ਵਿਧੀ ਜਿਹੜੀ ਨੇ ਉਹੋ ਹੀ ਅਪਣਾਉਣਗੇ, ਤੇ ਉਹਨਾਂ ਨੂੰ ਪਿਆਰੀ ਵੀ ਇਹ ਲੱਗਦੀ ਹੈ। ਆਉਣ ਵਾਲੇ ਸਮੇਂ ਜਿਹੜਾ ਉਹਦਾ ਨਹੀਂ ਮੰਨੇਗਾ ਨਾ, ਤੇ ਫਿਰ ਕਿਰਪਾਨ ਨਾ ਮੰਨੇਗਾ। ਸਿੱਖ ਦਾ ਜੀਵਨ ਇਹੋ ਜਿਹਾ ਹੈ। ਸਿੱਖ ਦੇ ਜੀਵਨ ਦੇ ਵਿੱਚ ਪਹਿਲੋਂ ਸਿੱਖ ਆਪਣੇ ਪ੍ਰੇਮ ਦੇ ਨਾਲ ਮਨਾਉਂਦਾ ਹੈ ਵੀ ਭਾਈ ਦੇਖ, ਨਾ ਤੇਰੇ ਤੇ ਮੈਂ ਜ਼ੋਰ ਕਰ ਰਿਹਾ, ਨਾ ਤੂੰ ਮੇਰੇ ਤੇ ਜ਼ੋਰ ਕਰ, ਨਾ ਮੈਂ ਤੈਨੂੰ ਡਰ ਦਿੰਦਾ, ਤੂੰ ਨਾ ਮੈਨੂੰ ਡਰ ਦੇ। ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਂਦੇ ਨੇ ਨਾ, ਫਿਰ ਦੂਸਰਾ ਰਸਤਾ ਅਪਣਾਇਆ ਜਾਂਦਾ ਹੈ। ਹੁਣ ਸਾਰੇ ਹੀਲੇ ਵਸੀਲੇ, ਕਿਉਂਕਿ ਆਉਣ ਵਾਲੇ ਸਮੇਂ ਨੂੰ ਮੇਰੇ ਪਾਤਸ਼ਾਹ ਜੀ ਜਾਣਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਕਰਕੇ ਸ਼ਹੀਦ ਕਰਨਾ ਹੈ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਕਿਰਪਾਨਾਂ, ਇੱਕ ਕਿਰਪਾਨ ਤਾਂ ਪਹਿਲਾਂ ਪਹਿਨੀ ਹੋਈ ਹੈ, ਪੀਰੀ ਦੀ ਕਿਰਪਾਨ ਤਾਂ ਪਹਿਲਾਂ ਚੱਲ ਰਹੀ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੀਰੀ ਦੀ ਕਿਰਪਾਨ ਵੀ ਚੁੱਕਣੀ ਪੈਣੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਉਹ ਲੋਕ ਵੀ ਨਹੀਂ ਜਿਹੜੇ ਕਹਿੰਦੇ ਨੇ ਵੀ ਇਹਨਾਂ ਦੀ ਸ਼ਸਤਰਾਂ ਦੇ ਨਾਲ ਪ੍ਰੀਤ ਹੈ, ਇਸ ਕਰਕੇ ਇਹ ਹੋਰ ਹੀ ਮਾਰਗ ਅਪਣਾਉਣਗੇ। ਔਰ ਬ੍ਰਿਧ ਕੋ ਬਚ ਕਹਿਓ ਜਿਮ ਸੋ ਹਟੈ ਨ ਕੋਈ। ਤੇ ਕਹਿੰਦੇ ਹੋਰ ਬ੍ਰਿਧ ਕੋ ਬਚ ਕਹਿਓ ਜਿਮ ਸੋ ਹਟੇ ਨਾ ਕੋਈ। ਕਹਿੰਦੇ ਫੇਰ ਜਿਹੜੇ ਬਾਬੇ ਬੁੱਢੇ ਜੀ ਨੇ ਬਚਨ ਕਹੇ ਹੋਏ ਨੇ ਨਾ, ਬ੍ਰਿਧ ਕਹਿੰਦੇ ਨੇ ਬਾਬਾ ਬੁੱਢਾ ਜੀ, ਉਹ ਬਚਨ ਕਹੇ ਹੋਏ ਨੇ, ਉਹ ਬਚਨ ਟਾਲ ਨਹੀਂ ਸਕਦੇ, ਉਹ ਬਚਨ ਪੂਰੇ ਹੋਣਗੇ। ਗੁਰ ਕੈ ਭਾਜਰ ਕਿਮ ਪਰੀ ਕਹਿ ਸਹਿਜ ਸੁਭਾਉ। ਸਹਿਜ ਸੁਭਾਅ ਦੇ ਵਿੱਚ ਹੀ ਬਾਬਾ ਬੁੱਢਾ ਜੀ ਨੇ ਕਿਹਾ ਸੀ ਵੀ ਗੁਰੂ ਕਿਆਂ ਨੂੰ ਭਾਜੜ ਕਿਵੇਂ ਪੈ ਗਈ ਹੈ। ਇਹ ਬਚਨ ਟਲਲੇ ਥੋੜੀ ਨਾ, ਸਹਿਜ ਸੁਭਾਅ। ਉਹ ਵੀ ਸਾਧੂ ਨੇ, ਉਹ ਵੀ ਗੁਰਮੁਖ ਨੇ, ਔਰ ਇੰਨੀ ਵੱਡੀ ਪਦਵੀ ਦੇ ਉੱਪਰ ਵਿਰਾਜਮਾਨ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕਰਕੇ 6 ਪਾਤਸ਼ਾਹੀਆਂ ਤੱਕ, ਗੁਰਤਾ ਗੁਰਗੱਦੀ ਤੱਕ ਵਿਰਾਜਮਾਨ ਕਰਾਉਂਦੇ ਰਹੇ ਨੇ ਆਪ ਆਪਣੇ ਹੱਥੀਂ। ਤੇ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਵੀ 9 ਪਾਤਸ਼ਾਹੀਆਂ ਦੇ ਬਾਬਾ ਬੁੱਢਾ ਜੀ ਨੇ ਆਪਣੇ ਨੇਤਰਾਂ ਦੇ ਨਾਲ ਦਰਸ਼ਨ ਕੀਤੇ ਨੇ। 9 ਪਾਤਸ਼ਾਹੀਆਂ ਦੇ ਆਪਾਂ ਦੇਖਦੇ ਨਾ, ਉਸ ਸਮੇਂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ, ਤੇ ਉਹਨਾਂ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਨੇ, ਗੁਰੂ ਹਰਰਾਏ ਮਹਾਰਾਜ ਜੀ ਵੀ ਨੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਨੇ। 9 ਪਾਤਸ਼ਾਹੀਆਂ ਦੇ ਦਰਸ਼ਨ ਇਹਨਾਂ ਨੇਤਰਾਂ ਦੇ ਨਾਲ ਕਰਨਾ ਬੜਾ ਮੁਸ਼ਕਲ ਹੋਇਆ ਕਰਦਾ। ਮੈਂ ਇੱਕ ਵਾਰਤਾ ਸੁਣੀ ਸੀ, ਬੜੀ ਪੁਰਾਤਨ ਹੈ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਹਿਣਾ ਕੀਤਾ ਵੀ ਕੋਈ ਸਿੱਖ ਲਿਆਓ ਪਕੜ ਕਰਕੇ, ਜਿਹੜਾ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਨੇਤਰਾਂ ਨਾਲ ਦਰਸ਼ਨ ਕਰ ਚੁੱਕਾ ਹੋਵੇ।
ਇੱਕ ਬਜ਼ੁਰਗ ਨੂੰ ਲਿਆਂਦਾ ਗਿਆ ਪਕੜ ਕਰਕੇ, ਉਹ 100 ਸਾਲ ਤੋਂ ਉਮਰ ਉਸ ਦੀ ਉੱਪਰ ਸੀ। ਇਹ 1803 ਦੀ ਗੱਲ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਗੁਰਤਾ ਗੁਰਗੱਦੀ ਤੇ ਬੈਠੇ, ਮਾਫ ਕਰਨਾ, ਰਾਜਗੱਦੀ ਤੇ ਬੈਠੇ ਨੇ। ਉਸ ਸਮੇਂ ਦੀ ਗੱਲ ਹੈ। ਤੇ ਇੱਕ ਬਜ਼ੁਰਗ ਨੂੰ ਲਿਆਂਦਾ ਗਿਆ। ਬਜ਼ੁਰਗ ਜਦੋਂ ਆਇਆ ਨਾ, ਸੇਵਾਦਾਰਾਂ ਨੇ ਦੱਸ ਦਿੱਤਾ ਵੀ ਉਹ ਬਜ਼ੁਰਗ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਮਹਾਰਾਜਾ ਰਣਜੀਤ ਸਿੰਘ ਆਪਣੀ ਤਖਤ ਤੋਂ ਉੱਠ ਕਰਕੇ, ਆਪਣੀ ਕੁਰਸੀ ਤੋਂ ਉੱਠ ਕਰਕੇ, ਆਪਣੀ ਪਦਵੀ ਤੋਂ ਉੱਠ ਕਰਕੇ ਥੱਲੇ ਆ ਗਏ ਨੇ ਤੇ ਉਹਨਾਂ ਬਜ਼ੁਰਗਾਂ ਦੇ ਪੈਰ ਪਕੜ ਲਏ। ਕਹਿੰਦੇ ਤੁਸੀਂ ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ, ਮੈਨੂੰ ਇਹ ਦੱਸੋ ਵੀ ਤੁਸੀਂ ਦਰਸ਼ਨ ਕੀਤੇ ਕਿਵੇਂ ਸਨ? ਉਹ ਕਹਿਣ ਲੱਗੇ, ਕਹਿੰਦੇ ਪਤਾ ਨਹੀਂ, ਮੈਂ ਬੜਾ ਛੋਟਾ ਜਿਹਾ ਸੀ, ਸੰਗਤਾਂ ਸਾਡੇ ਮਾਤਾ ਪਿਤਾ ਸਾਨੂੰ ਲੈ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਇਆ ਕਰਦੇ ਸਨ। ਦੇਖੋ ਕਿੱਡੀ ਵੱਡੀ ਵਾਰਤਾ ਹੈ। ਅੱਜ ਅਨੰਦਪੁਰ ਸਾਹਿਬ ਆਉਣਾ ਬੜਾ ਸੌਖਾ ਹੈ। ਕਹਿੰਦੇ ਅਸੀਂ ਗਏ, ਭੀੜ ਬੜੀ ਸੀ ਸੰਗਤ ਦੀ, ਮੈਂ ਛੋਟਾ ਸਾਂ, ਮੈਂ ਬੱਚਾ ਹੁੰਦਾ ਹੋਇਆ ਥੋੜਾ ਥੋੜਾ ਵਿੱਚੋਂ ਦੀ ਲੰਘਦਾ ਲੰਘਦਾ ਅੱਗੇ ਪਹੁੰਚ ਗਿਆ। ਜਦੋਂ ਮੈਂ ਅੱਗੇ ਪਹੁੰਚਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਸਨ। ਮੇਰਾ ਛੋਟਾ ਜਿਹਾ ਹੱਥ ਉਹਨਾਂ ਦੇ ਚਰਨਾਂ ਨੂੰ ਛੂਹਿਆ ਨਾ, ਜਦੋਂ ਮੇਰੇ ਸਰੀਰ ਦੇ ਵਿੱਚ ਝਰਨਾਹਟ ਫੈਲ ਗਈ। ਮੈਨੂੰ ਸਮਝ ਨਹੀਂ ਆ ਰਹੀ ਕੀ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੇ ਸੀਸ ਦੇ ਉੱਪਰ ਆਪਣਾ ਹੱਥ ਰੱਖ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਹਿਣ ਲੱਗੇ, ਇਸ ਪ੍ਰਕਾਰ ਮਤਲਬ ਤੇਜ ਪ੍ਰਤਾਪ ਤੱਕਿਆ ਹੀ ਨਹੀਂ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤੇ ਬਾਬਾ ਬੁੱਢਾ ਜੀ ਨੇ 9 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਜਿਹੜੇ ਬਚਨ ਬਾਬਾ ਬੁੱਢਾ ਜੀ ਨੇ ਕੀਤੇ ਸਨ, ਉਹ ਬਦਲ ਕਿਵੇਂ ਸਕਦੇ ਹਨ? ਭਾਜ ਬਡਾਲੀ ਮਹਿ ਰਹੇ ਇਮ ਬਚ ਸਫਲਾਉ। ਜਦੋਂ ਇਹ ਬਚਨ ਕੀਤੇ ਸਨ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਬਡਾਲੀ, ਗੁਰੂ ਕੀ ਬਡਾਲੀ ਨੂੰ ਭੱਜ ਗਏ ਸਨ, ਚਲੇ ਗਏ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਬਚਨ ਜਿਹੜੇ ਸਨ ਉਹ ਸਫਲ ਕਰ ਦਿੱਤੇ ਸਨ। ਬਾਬਾ ਬੁੱਢਾ ਜੀ ਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ, ਜਿਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ, ਬੁੱਢਿਆ ਤੇ ਤੂੰ ਓਲੇ ਕਦੇ ਨਾ ਹੋਸਾਂ, ਇਹੋ ਜਿਹੇ ਸਨ ਗੁਰੂ ਨਾਨਕ ਮਹਾਰਾਜ ਜੀ ਦੇ ਸਿੱਖ। ਉਹਨਾਂ ਦੇ ਬਚਨ ਕਿਵੇਂ ਸਫਲ ਨਹੀਂ ਸੀ ਹੋਣੇ? ਉਹਨਾਂ ਦੇ ਬਚਨ ਸਫਲ ਹੋਣੇ ਸਨ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਇੰਨੀਆਂ ਕੁ ਬੇਨਤੀਆਂ ਦੇ ਨਾਲ ਦਾਸ਼ਕਮਾਂ ਦਾ ਜਾ ਚੁੱਕਿਆ ਪ੍ਰਸੰਗ ਅੱਗੇ ਚੱਲ ਰਿਹਾ ਹੈ। ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਜੀਵਨ ਬਾਰੇ ਬਚਪਨ ਦੇ ਵਿੱਚ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਇਸੇ ਤਰ੍ਹਾਂ ਇਹ ਪ੍ਰਸੰਗ ਨੂੰ ਸੁਣ ਕਰਕੇ, ਅੱਗੇ ਕਥਾਵਾਂ ਸੁਣ ਕਰਕੇ ਆਪਣੇ ਜੀਵਨ ਨੂੰ ਉੱਤਮ ਤੇ ਉਚਿਤ ਚੰਗਾ ਬਣਾਉਣ ਦਾ ਯਤਨ ਕਰੋ। ਗੁਰਦੇਵ ਪਾਤਸ਼ਾਹ ਜੀ ਪਾਸੋਂ ਮੰਗ ਮੰਗਿਆ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਤੁਧ ਬਾਜ ਪਿਆਰੇ ਕੇਬ ਰਹਾ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਮਹਾਰਾਜ ਜੀ ਇਹੋ ਜਿਹੀ ਬਖਸ਼ਿਸ਼ ਕਰ ਦਿਓ। ਸੋ ਰਹਿਮਤਾਂ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਵਿਚਾਰ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕਰਕੇ ਖਿਮਾ ਬਖਸ਼ਿਸ਼ ਕਰਨੀ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਦੇ ਹਾਂ ਜੀ। ਸਕਲ ਜੰਗ ਕੀ ਬਿਦ ਕਰੈ प्रिय लागै सोई, और वृद्ध के बच कहियो जिम सोहट न कोई। गुर के पाजर किम परे कह सहज सुभाऊ, पाज बटाली मह रहे इम बच सफलाऊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म